DPD चैनल के प्यारे दर्शकों, मेरे वालों जानी कि हरविंदर जस्सोवाल वालों आप सब नूं प्यार भरी सत श्री अकाल। चल गल्लां करिए प्रोग्राम के तहत असीं हर वेले नवीं शख्सियत नवें कलाकार लैके आप जी की कचहरी दे विच पेश हुंदे आ। इस वेले साडे नाल ने बीबी रणजीत कौर जी घुम्मण। बीबी चल गल्लां करिए प्रोग्राम दे विच आउण ते असीं तुहाडा स्वागत करदे आ। बहुत बहुत धन्नवाद भी जी, मेहरबानी। बीबी तुसीं साडे दर्शकां नूं अपने पिछोकड़ बारे विचारां दी सांझ पाओ। ਅਸੀਂ ਬਚਪਨ ਵਿੱਚ ਜਿੱਦਾਂ ਵੀਰ ਜੀ ਸਾਡੇ ਨੇੜੇ ਪਿੰਡ ਸੀਗਾ ਇੱਕ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਸੌੜ, ਉੱਥੇ ਇੱਕ ਜੋੜ ਮੇਲਾ ਹੁੰਦਾ ਸੀ ਹਰ ਸਾਲ ਅਤੇ ਉੱਥੇ ਤਕਰੀਬਨ ਕਾਫੀ ਜੱਥੇ ਆਉਂਦੇ ਸੀ ਜਿੱਦਾਂ, ਅਤੇ ਅਸੀਂ ਜਾਂਦੇ ਸੀ ਅਤੇ ਅੱਗੇ ਬੈਠ ਕੇ ਉਹਨਾਂ ਨੂੰ ਸੁਣਦੇ ਹੁੰਦੇ ਸੀ। ਅਤੇ ਫਿਰ ਹੌਲੀ ਹੌਲੀ ਸਾਡਾ ਵੀ ਦਿਲ ਕੀਤਾ ਵੀ ਅਸੀਂ ਵੀ ਕਦੀ ਐਵੇਂ ਗਾਈਏ, ਹੈ ਨਾ, ਗੁਰਦੁਆਰਿਆਂ ਦੇ ਵਿੱਚ ਅਸੀਂ ਵੀ ਐਵੇਂ ਪ੍ਰਚਾਰ ਕਰੀਏ। ਅਤੇ ਬਸ ਉਸ ਤੋਂ ਫਿਰ ਸਾਨੂੰ ਸ਼ੌਂਕ ਸੀਗਾ, ਅਤੇ ਸਾਡੇ ਮੰਮੀ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ। ਉਹ ਵੀ ਸਾਨੂੰ ਸਭ ਤੋਂ ਪਹਿਲਾਂ ਲੈ ਕੇ ਜਾਂਦੇ ਸੀ ਅਤੇ ਨਾਲ ਬੈਠ ਕੇ ਸੁਣਦੇ ਸੀ ਸਾਰਾ ਦਿਨ। ਅਤੇ ਫਿਰ ਇਸ ਤਰ੍ਹਾਂ ਬਸ ਉਹਨਾਂ ਨੂੰ ਸੀ ਕਿ ਮੇਰੇ ਬੱਚੇ ਕੀਰਤਨ ਕਰਨ ਅਤੇ ਐਵੇਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਪ੍ਰਚਾਰ ਕਰਨ। ਫਿਰ ਉਹਨਾਂ ਨੇ ਸਾਨੂੰ ਇਸ ਲਾਈਨ ਦੇ ਵਿੱਚ ਪਾਇਆ। ਹਾਂਜੀ, ਅਤੇ ਅਮਰਗੜ੍ਹ ਤੋਂ ਸੀਗੇ ਸਰਦਾਰ ਰਜਿੰਦਰ ਸਿੰਘ ਦਰਦੀ ਜੀ, ਅਤੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਜੱਥੇ ਵਿੱਚ ਗਾਉਣਾ ਸ਼ੁਰੂ ਕੀਤਾ ਸੀ ਜੀ। ਉਹਨਾਂ ਨੇ ਸਾਨੂੰ ਸਿਖਾਇਆ ਸੀ, ਅਸੀਂ ਦੋਨੋਂ ਭੈਣਾਂ ਉਦੋਂ ਗਾਉਂਦੀਆਂ ਹੁੰਦੀਆਂ ਸੀ। ਤੁਸੀਂ ਜਿਹੜੀ ਢਾਡੀਆਂ ਦੀ ਸਿੱਖਿਆ ਲਈ ਹੈ ਅਤੇ ਢਾਡੀ ਪ੍ਰਥਾ ਦੇ ਵਿੱਚ ਗਾਉਣ ਦੀ ਵੀ ਜੀ, ਉਹ ਕਦੋਂ ਲਈ ਆ ਅਤੇ ਕਿੰਨੇ ਸਾਲ ਲਈ ਆ? ਉਹ ਤੋਂ ਬਾਅਦ ਜਿਹੜਾ ਪ੍ਰੋਫੈਸ਼ਨਲ ਲੈਵਲ 'ਤੇ ਵਪਾਰਕ ਤੌਰ 'ਤੇ ਗਾਉਣਾ ਸ਼ੁਰੂ ਕੀਤਾ, ਉਹ ਕਦੋਂ ਤੋਂ ਕੀਤਾ? ਅਸੀਂ ਵੀ ਜੀ ਜਦੋਂ ਸਿੱਖਦੇ ਸੀ ਉਦੋਂ ਵੀ ਜਿੱਦਾਂ ਗਾਉਂਦੇ ਹੀ ਹੁੰਦੇ ਸੀ ਤਕਰੀਬਨ, ਕਿਉਂਕਿ ਸਟੇਜ 'ਤੇ ਜਾਏ ਬਿਨਾਂ ਅਤੇ ਰੂਮ 'ਚ ਬੈਠ ਕੇ ਆਪਾਂ ਜਿਹੜੀ ਪ੍ਰੈਕਟਿਸ ਕਰਦੇ ਹਾਂ ਉਹਦੇ 'ਚ ਬਹੁਤ ਫ਼ਰਕ ਹੁੰਦਾ ਹੈ ਨਾ। ਅਤੇ ਬਾਕੀ ਮਿਊਜ਼ਿਕ ਇੱਕ ਐਸੀ ਚੀਜ਼ ਹੈ ਵੀ ਇਹਨੂੰ ਕੋਈ, ਜੇ ਆਪਾਂ ਕਹੀਏ ਕਿ ਅਸੀਂ ਪਰਫੈਕਟ ਹੋ ਗਏ ਤਾਂ ਨਹੀਂ ਹੋ ਸਕਦਾ। ਪੂਰੀ ਲਾਈਫ ਬੇਸ਼ੱਕ ਤੁਸੀਂ ਆਪਣੀ ਸਮਰਪਿਤ ਕਰ ਦਿਓ ਅਤੇ ਤੁਸੀਂ ਪਰਫੈਕਟ ਨਹੀਂ ਹੋ ਸਕਦੇ। ਬਾਕੀ ਅਸੀਂ ਅੱਜ ਵੀ ਸਿੱਖ ਹੀ ਰਹੇ ਹਾਂ, ਬੇਸ਼ੱਕ ਮੈਂ 15 ਸਾਲਾਂ ਤੋਂ ਇਸ ਲਾਈਨ ਦੇ ਵਿੱਚ ਹਾਂ, ਅਤੇ ਪਰ ਮੈਂ ਅਜੇ ਵੀ ਅਸੀਂ ਸਿੱਖ ਹੀ ਰਹੇ ਹਾਂ ਅਤੇ ਸਿੱਖਦੇ ਹੀ ਰਹਿਣਾ। ਮਤਲਬ ਧਰਤੀ ਵੀ ਡੋਲ ਗਈ, ਅੰਬਰ ਬੁੱਕ ਬੁੱਕ ਹੰਝੂ ਡੋਲੇ, ਸੂਰਜ ਵੀ ਤੜਫ ਗਿਆ, ਹੋ ਗਿਆ ਸੀ ਬਦਲੀ ਦੇ ਓਲੇ। ਧਰਤੀ ਵੀ ਡੋਲ ਗਈ, ਅੰਬਰ ਬੁੱਕ ਬੁੱਕ ਹੰਝੂ ਡੋਲੇ, ਸੂਰਜ ਵੀ ਤੜਫ ਗਿਆ, ਹੋ ਗਿਆ ਸੀ ਬਦਲੀ ਦੇ ਓਲੇ। ਤਾਂ ਮਾਰੀ ਕੁਦਰਤ ਨੇ, ਤਾਂ ਮਾਰੀ ਕੁਦਰਤ ਨੇ, ਦੇਖੀ ਜਾਵੇ ਨਾ ਮਨਮਾਨੀ, ਦੋ ਬੱਬਰ ਸ਼ੇਰਾਂ ਨੇ ਕੀਤੀ ਬੇਮਿਸਾਲ ਕੁਰਬਾਨੀ, ਦੋ ਬੱਬਰ ਸ਼ੇਰਾਂ ਨੇ ਕੀਤੀ ਬੇਮਿਸਾਲ ਕੁਰਬਾਨੀ। ਮੇਰੇ ਨਾਲ ਕਿਰਨਜੀਤ ਕੌਰ ਜੀ ਅਤੇ ਸਰੰਗੀ ਮਾਸਟਰ ਨੇ ਸਾਡੇ ਸਰਦਾਰ ਸੁਰਜੀਤ ਸਿੰਘ ਜੀ, ਅਤੇ ਢੱਡ 'ਤੇ ਸਾਡੇ ਨਾਲ ਸਾਥ ਦਿੰਦੇ ਨੇ ਜੀ ਸਰਦਾਰ ਜਸਵੰਤ ਸਿੰਘ ਜੀ। ਬੀਬੀ ਜਿਹੜੀਆਂ ਇਹ ਕਵਿਤਾਵਾਂ ਨੇ, ਇਹ ਤੁਸੀਂ ਆਪ ਲਿਖਦੇ ਹੋ ਜਾਂ ਕਿਸੇ ਰਾਈਟਰਾਂ ਤੋਂ, ਲੇਖਕਾਂ ਤੋਂ ਇਹ ਤੁਸੀਂ ਕਹਿ ਕੇ ਲਿਖਵਾਉਂਦੇ ਹੋ ਜਾਂ ਲਿਖੀਆਂ ਲਿਖਾਈਆਂ ਮਿਲਦੀਆਂ ਨੇ ਤੁਹਾਨੂੰ? ਹਾਂਜੀ ਵੀ ਜੀ, ਪਹਿਲਾਂ ਜਿਹੜੀ ਸਾਡੀ CD ਆਈ ਸੀਗੀ ਇੱਕ ਅੰਮ੍ਰਿਤ ਦੀ ਸ਼ਕਤੀ, ਲਾਸਟ ਈਅਰ ਅਸੀਂ ਰਿਲੀਜ਼ ਕੀਤੀ ਸੀ ਉਹ ਵਾਲੀ, ਅਤੇ ਉਹਦੇ ਵਿੱਚ ਜਿੱਦਾਂ ਸਾਰੇ ਜਿਹੜੇ ਸੀਗੇ ਕਵਿਤਾਵਾਂ ਉਹ ਮੇਰੀਆਂ ਆਪਣੀਆਂ ਲਿਖੀਆਂ ਹੋਈਆਂ ਸੀਗੀਆਂ ਜੀ। ਅਤੇ ਇੱਕ ਕਵਿਤਾ ਅਸੀਂ ਉਹਨਾਂ ਵਿੱਚ ਲਈ ਸੀ ਮੌਜੋਵਾਲ ਤੋਂ ਸੀਗੇ ਵੀਰ ਜੀ ਬੰਟੀ ਜੀ, ਉਹਨਾਂ ਦੀ ਸੀ। ਅਤੇ ਇਸ ਵਾਰ ਇੱਕ ਸਾਨੂੰ ਨਾ ਬਹੁਤ ਹੀ ਜਿੱਦਾਂ ਉਹਨਾਂ ਨੇ ਸਾਨੂੰ ਸਤਿਕਾਰ ਦਿੱਤਾ, ਸੰਗਰੂਰ ਤੋਂ ਸੀਗੇ ਸਰਦਾਰ ਕਰਮ ਸਿੰਘ ਜ਼ਖਮੀ ਜੀ, ਅਤੇ ਉਹਨਾਂ ਨੇ ਉਹ ਨਾ ਬੁੱਕ ਮੈਨੂੰ ਪੋਸਟ ਕੀਤੀ ਮੇਰੇ ਐਡਰੈਸ 'ਤੇ ਕਿ ਅਸੀਂ ਸਤਿਕਾਰ ਸਹਿਤ ਭੇਟ ਕਰ ਰਹੇ ਹਾਂ ਇਹ। ਅਤੇ ਫਿਰ ਮੈਨੂੰ ਹੋਇਆ ਕਿ ਇਹਨਾਂ ਨੇ ਇੰਨੀ ਆਪਣੀ ਕਵਿਤਾਵਾਂ ਦੀ ਹੈ ਨਾ ਬੁੱਕ ਇੰਨੀ ਮਤਲਬ ਕਿ ਸ਼ਰਧਾ ਨਾਲ ਭੇਜੀ ਆ। ਤਾਂ ਫਿਰ ਹੁਣ ਜਿਹੜੀ ਸਾਡੀ CD ਆਈ ਆ ਇਹਦੇ ਵਿੱਚ ਅਸੀਂ 6 ਕਵਿਤਾਵਾਂ ਉਹਨਾਂ ਦੀਆਂ ਪਾਈਆਂ ਨੇ ਅਤੇ ਇੱਕ ਮੇਰੀ ਲਿਖੀ ਹੋਈ ਆ ਜੀ। ਅਤੇ ਬੀਬੀ ਕਿਰਨਜੀਤ ਕੌਰ ਜੀ, ਤੁਸੀਂ ਬੀਬੀ ਰਣਜੀਤ ਕੌਰ ਦੇ ਢਾਡੀ ਜਥੇ ਨਾਲ ਤੁਹਾਡਾ ਜਿਹੜਾ ਸੁਮੇਲ ਆ ਉਹ ਕਿੱਦਾਂ ਹੋਇਆ? ਮੇਰਾ ਵੀਰ ਹੈ ਜੀ ਵੱਡਾ, ਤਾਇਆ ਜੀ ਦਾ ਬੇਟਾ, ਉਹ ਇਹਨਾਂ ਨੂੰ ਬਹੁਤ ਦੇਰ ਤੋਂ ਜਾਣਦੇ ਸੀਗੇ, ਅਤੇ ਮੈਨੂੰ ਗਾਉਣ ਦਾ ਸ਼ੌਂਕ ਹੋਣ ਕਰਕੇ ਉਹਨਾਂ ਨੇ ਮੈਨੂੰ ਉਹਨਾਂ ਕੋਲ ਜਾਣਾ ਤਾਂ ਔਖਾ ਲੱਗਦਾ ਸੀ, ਫਿਰ ਉਹਨਾਂ ਨੇ ਮੈਨੂੰ ਇਹਨਾਂ ਨਾਲ ਮਿਲਾਇਆ। ਇਹ ਢਾਡੀ ਜੱਥਾ ਕਰਦੇ ਨੇ, ਇਹਨਾਂ ਨੇ ਮੈਨੂੰ ਇਸ ਲਾਈਨ 'ਚ ਲੈ ਲਿਆ ਅਤੇ ਵਧੀਆ ਲਾਈਨ ਸਤਿਕਾਰ ਵਾਲੀ, ਇਸ ਕਰਕੇ ਮੈਂ ਇਹਨਾਂ ਦੇ ਨਾਲ ਆ ਗਈ ਸੀ। ਅਤੇ ਮੇਰੇ ਵੀਰੇ ਜੀ ਦੇ ਬਹੁਤ ਅੱਛੇ ਹੋਣੇ ਇਹ, ਅਤੇ ਉਹ ਰਿਲੇਟਿਵ ਵੀ ਨੇ, ਕੁਛ ਬਹੁਤ ਪੁਰਾਣੇ ਇਕੱਠੇ ਸਾਰੇ ਪੜ੍ਹਦੇ ਸੀ, ਇਸ ਕਰਕੇ ਅਸੀਂ ਵੀਰ ਜੀ ਨੇ ਮੈਨੂੰ ਇਹਨਾਂ ਨਾਲ ਰਲਾਤਾ। ਰਣਜੀਤ ਕੌਰ ਜੀ, ਤੁਸੀਂ ਇਹ ਦੱਸੋ ਸਾਨੂੰ ਵੀ ਤੁਹਾਨੂੰ ਜਿਹੜਾ ਗਾਉਣ ਵੇਲੇ, ਜਦੋਂ ਕਿ ਇੱਕ ਸਾਡੀ ਪੰਜਾਬ ਦੇ ਵਿੱਚ ਧੀਆਂ ਨੂੰ ਸਟੇਜਾਂ 'ਤੇ ਬਹੁਤ ਘੱਟ ਅਲਾਓ ਕੀਤਾ ਜਾਂਦਾ ਹੈ ਨਾ ਜੀ, ਅਤੇ ਤੁਹਾਨੂੰ ਜਾ ਕੇ ਅਖਾੜਿਆਂ ਦੇ ਵਿੱਚ, ਖੁੱਲ੍ਹਿਆਂ ਦੇ ਵਿੱਚ ਵੀ ਗਾਉਣਾ ਪੈਂਦਾ, ਜਦੋਂ ਕਿ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਵੀ ਗਾਉਣਾ ਪੈਂਦਾ, ਕਿਉਂਕਿ ਖੁੱਲ੍ਹੇ ਅਖਾੜਿਆਂ ਦੇ ਵਿੱਚ ਵੀ ਜਿਹੜੇ ਢਾਡੀ
ਜਥੇ ਨੂੰ ਸੁਣਨ ਵਾਲੇ ਬਹੁਤ ਬੈਠੇ ਨੇ। ਉਹ ਤਾਂ ਇਹ ਨਹੀਂ ਹੈਗਾ ਵੀ ਲੋਕ ਗਾਇਕੀ ਚੱਲਦੇ ਨੇ, ਢਾਡੀ ਜਥੇ ਕਵੀਸ਼ਰ ਸਾਰਾ ਕੁਛ ਚੱਲਦਾ ਹੈ। ਅਤੇ ਉਸ ਵੇਲੇ ਜਿਹੜੇ ਤੁਹਾਡੇ ਘਰ ਦੇ ਨੇ ਤੁਹਾਨੂੰ ਕਿਵੇਂ ਕੀ ਸੋਚ ਕੇ ਤੁਹਾਨੂੰ ਮਤਲਬ ਕੋਈ ਬੁਰਾਈ ਦੀਆਂ ਗੱਲਾਂ ਵੀ ਹੁੰਦੀਆਂ ਨੇ ਵੀ ਸਟੇਜ 'ਤੇ ਜਾ ਕੇ ਸਾਡੇ ਬੱਚੇ ਕਿਵੇਂ ਚੜ੍ਹਨਗੇ, ਕੁੜੀਆਂ ਪ੍ਰਤੀ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਇੱਦਾਂ ਦੀ ਕੋਈ ਤੁਹਾਨੂੰ ਕੋਈ ਪ੍ਰੋਬਲਮ, ਕੋਈ ਮੁਸ਼ਕਿਲ ਆਈ? ਬਹੁਤ ਮੁਸ਼ਕਿਲਾਂ ਆਈਆਂ ਜੀ ਇਸ ਤਰ੍ਹਾਂ ਦੀਆਂ। ਜਦੋਂ ਅਸੀਂ ਸ਼ੁਰੂ ਕੀਤਾ ਸੀ ਤਾਂ ਸਾਡੇ ਚਾਚਾ ਜੀ ਸੀਗੇ, ਮੇਰੇ ਫਾਦਰ ਸਾਹਿਬ, 3 ਉਹਨਾਂ ਦੇ ਬ੍ਰਦਰ ਸੀਗੇ ਹੋਰ ਜਿੱਦਾਂ, ਅਤੇ ਉਹ ਕਾਫੀ ਮਤਲਬ ਝਗੜਾ ਵੀ ਕਰਦੇ ਸੀ ਕਈ ਵਾਰੀ ਕਿ ਤੁਸੀਂ ਕਿਵੇਂ ਦੀ ਲਾਈਨ 'ਚ ਪਾਤਾ ਕੁੜੀਆਂ ਨੂੰ, ਹੈ ਨਾ, ਤੁਹਾਡੀਆਂ ਕੁੜੀਆਂ ਗਾਉਣ ਜਾਣਗੀਆਂ ਸਾਡੀਆਂ ਬਾਹਰ, ਇਹ ਵੋ। ਅਤੇ ਪਰ ਸਾਡੇ ਪੇਰੈਂਟਸ, ਮੇਰੇ ਮੰਮੀ ਪਾਪਾ ਬਿਲਕੁਲ ਵੀ ਨਹੀਂ ਸੀ ਇਸ ਗੱਲ ਨੂੰ ਕਹਿੰਦੇ। ਉਹ ਕਹਿੰਦੇ ਵੀ ਮੇਰੇ ਬੇਟਿਆਂ ਵਰਗੀਆਂ ਹੀ ਨੇ ਮੇਰੀਆਂ ਬੇਟੀਆਂ, ਅਤੇ ਵੀ ਇਹ ਸਾਡੇ ਗਾ ਸਕਦੀਆਂ ਨੇ, ਵੀ ਜੇ ਸਾਡੇ ਬੇਟੇ ਕੰਮ ਕਰ ਸਕਦੇ ਆ ਉਹ ਸਾਡੀਆਂ ਬੇਟੀਆਂ ਵੀ ਕਰ ਸਕਦੀਆਂ ਨੇ। ਵੀ ਬਾਕੀ ਇਹ ਧਾਰਮਿਕ ਲਾਈਨ ਹੈ, ਵੀ ਉਹ ਕਿਹੜਾ ਕੋਈ ਹੋਰ ਜਿਸ ਤਰ੍ਹਾਂ ਕਲਚਰ ਗਾਇਕੀ ਗਾ ਰਹੇ ਨੇ, ਹੈ ਨਾ, ਜਾਂ। ਅਤੇ ਇਸ ਲਈ ਸਾਡੇ ਮੰਮੀ ਪਾਪਾ ਨੇ ਪੂਰਾ ਸਟੈਂਡ ਲਿਆ ਸਾਡੇ ਵਾਸਤੇ। ਕਾਫੀ ਔਕੜਾਂ ਦਾ ਸਾਹਮਣਾ ਸਾਨੂੰ ਕਰਨਾ ਪਿਆ, ਜਿਨ੍ਹਾਂ ਨੂੰ ਸ਼ਾਇਦ ਕਦੇ ਭੁੱਲ ਨਹੀਂ ਸਕਦੇ ਆਪਾਂ। ਉਹ ਗੱਲਾਂ ਜਿਹੜੀਆਂ ਸਾਡੇ ਪੇਰੈਂਟਸ ਨੇ ਸੁਣੀਆਂ ਉਸ ਟਾਈਮ, ਕਾਫੀ ਕੁਛ ਸੁਣਿਆ, ਪਰ ਅਸੀਂ ਕਿਹਾ ਕਿ ਨਹੀਂ, ਧਾਰਮਿਕ ਲਾਈਨ ਹੈ ਅਤੇ ਪਰਮਾਤਮਾ ਦਾ ਨਾਮ ਹੈ ਅਤੇ ਅਸੀਂ ਇਹ ਕਰਾਂਗੇ। ਅਤੇ ਸਾਡਾ ਸ਼ੌਂਕ ਵੀ ਸੀਗਾ, ਬਸ ਇਸੇ ਗੱਲ ਨੂੰ ਲੈ ਕੇ ਚੱਲ ਰਹੇ ਹਾਂ ਜੀ। ਬਾਕੀ ਸਮਾਜ ਤਾਂ ਸਾਰਾ ਕੁਛ ਹੀ ਕਰਦਾ ਨਾ। ਤੁਹਾਨੂੰ ਜਿਹੜਾ ਇਹ ਗਾਉਣਾ ਹੋਇਆ ਤੁਹਾਡੇ ਕੋਈ ਵਿਰਸੇ 'ਚੋਂ ਮਿਲਿਆ, ਜਾਂ ਕੋਈ ਪੁਰਾਣਾ ਬਜ਼ੁਰਗ, ਜਾਂ ਕਹੀਏ ਆਪਾਂ ਕੋਈ ਨਾਨਕਿਆਂ ਦਾਦਕਿਆਂ ਦੇ ਪਰਿਵਾਰ 'ਚੋਂ ਕੋਈ ਗਾਉਂਦਾ ਰਿਹਾ ਹੋਵੇ ਪਹਿਲਾਂ, ਜਾਂ ਵੈਸੇ ਹੀ ਤੁਹਾਨੂੰ ਜਿਹੜੇ ਸਟੇਜ 'ਤੇ ਬੀਬੀਆਂ ਆਉਂਦੀਆਂ ਸੀ ਉਹਨਾਂ ਨੂੰ ਦੇਖ ਕੇ ਇੱਕ ਚੇਟਕ ਲੱਗ ਗਈ ਕਿ ਅਸੀਂ ਵੀ ਇਸ ਲਾਈਨ 'ਚ ਤੁਰੀਏ? ਹਾਂਜੀ, ਸਾਡੇ ਮੰਮੀ ਜਿੱਦਾਂ ਗੁਰਦੁਆਰਾ ਸਾਹਿਬ ਜਾਂਦੇ ਸੀ, ਅਤੇ ਫਿਰ ਉਹ ਸਾਨੂੰ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਅਤੇ ਸ਼ਬਦ ਸੁਣਾਉਂਦੇ ਹੁੰਦੇ ਸੀ ਕਿ ਜਿਵੇਂ ਆਪਣੇ ਗਾਉਂਦੇ ਆ ਜਾ ਬਾਜਾਂ ਵਾਲਿਆ ਨੀਲੇ ਘੋੜੇ 'ਤੇ ਚੜ੍ਹ ਕੇ, ਹੈ ਨਾ, ਛੋਟੇ ਛੋਟੇ ਬੱਚਿਆਂ ਨੂੰ ਕਰਾਉਂਦੇ ਆ, ਅਤੇ ਉਸ ਤਰ੍ਹਾਂ ਸਾਡੇ ਮੰਮੀ ਸਾਨੂੰ ਵੀ ਕਰਾਉਂਦੇ ਹੁੰਦੇ ਸੀਗੇ। ਅਤੇ ਬਸ ਇਸ ਤਰ੍ਹਾਂ ਹੀ ਗੁਰੂ ਨਾਨਕ ਪੰਜਾ ਲਾਇਆ ਵਿੱਚ ਪਹਾੜੀ ਦੇ, ਪਾਣੀ ਛਮ ਛਮ ਕਰਦਾ ਆਇਆ ਵਿੱਚ ਪਹਾੜੀ ਦੇ, ਹੈ ਨਾ, ਇਸ ਤਰ੍ਹਾਂ ਦੇ ਸਾਡੇ ਮੰਮੀ ਕਰਾਉਂਦੇ ਸੀ ਸਾਨੂੰ। ਅਤੇ ਬਸ ਫਿਰ ਉਹਨਾਂ ਨੂੰ ਜ਼ਿਆਦਾ ਸ਼ੌਂਕ ਸੀਗਾ, ਜਿੱਦਾਂ ਉਹਨਾਂ ਦੇ ਸ਼ੌਂਕ ਕਰਕੇ ਹੀ ਅਸੀਂ ਇਸ ਲਾਈਨ ਵਿੱਚ ਆਏ। ਜੇ ਉਹ ਸਾਥ ਨਾ ਦਿੰਦੇ ਤਾਂ ਬਿਲਕੁਲ ਵੀ ਨਹੀਂ ਸੀ ਆ ਸਕਦੇ ਕਦੀ। ਉਹਨਾਂ ਨੇ ਸਾਨੂੰ ਪੜ੍ਹਾਇਆ ਲਿਖਾਇਆ, ਜਿੱਦਾਂ ਇਸ ਕਾਬਿਲ ਬਣਾਇਆ ਕਿ ਅਸੀਂ ਕੁਛ ਕਰ ਸਕੀਏ। ਫਿਰ ਜਦੋਂ ਮੈਂ ਕਾਲਜ ਦੇ ਵਿੱਚ ਐਡਮਿਸ਼ਨ ਲਈ ਗ੍ਰੈਜੂਏਸ਼ਨ ਵਾਸਤੇ, ਫਿਰ ਮੈਂ ਉੱਥੇ ਮਿਊਜ਼ਿਕ ਸਬਜੈਕਟ ਰੱਖਿਆ, ਵੋਕਲ ਵੀ ਸੀ, ਇੰਸਟਰੂਮੈਂਟ ਵੀ ਸੀ ਮੇਰੇ ਕੋਲ ਜਿੱਦਾਂ ਵੀਰ ਜੀ। ਫਿਰ ਮੈਂ MA ਕੀਤੀ, MA ਵੀ ਮੈਂ ਮਿਊਜ਼ਿਕ ਦੀ ਕੀਤੀ, ਵੋਕਲ ਦੀ। ਹਾਂਜੀ, ਬਸ ਇਸੇ ਤਰ੍ਹਾਂ ਫਿਰ ਅੱਗੇ ਚੱਲੀ ਜਾ ਰਹੇ ਹਾਂ, ਸਿੱਖੀ ਜਾ ਰਹੇ ਹਾਂ, ਜਿੰਨਾ ਕੁ ਹੈ ਉਹ ਅੱਗੇ ਗਾ ਰਹੇ ਹਾਂ ਜੀ। ਅਤੇ ਹੁਣ ਜਿੱਦਾਂ ਪ੍ਰਚਾਰ ਕਰਨ ਦੀ, ਫਿਰ ਮੈਂ ਸੋਚਿਆ ਕਿ ਮੈਂ ਖੁਦ ਪ੍ਰਚਾਰ ਕਰਾਂ, ਅਤੇ ਹੁਣ ਉਹ ਵੀ ਸਿੱਖ ਰਹੇ ਹਾਂ ਅਜੇ ਥੋੜ੍ਹਾ ਬਹੁਤ। ਹਾਂਜੀ, ਤੁਸੀਂ ਹੁਣ ਤੱਕ ਕਿਹੜੇ ਕਿਹੜੇ ਜਥਿਆਂ ਦੇ ਨਾਲ ਗਾਇਆ ਜੀ? ਹਾਂਜੀ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ, ਸਰਦਾਰ ਰਜਿੰਦਰ ਸਿੰਘ ਜੀ ਦਰਦੀ ਅਮਰਗੜ੍ਹ ਤੋਂ, ਉਹਨਾਂ ਨਾਲ ਹੀ ਸਾਡੀ ਸ਼ੁਰੂਆਤ ਹੋਈ ਸੀ। ਜਦੋਂ ਅਸੀਂ ਗੌਰਮੈਂਟ ਕਾਲਜ ਮਲੇਰਕੋਟਲਾ ਦੇ ਵਿੱਚ ਮੈਂ BA ਕਰ ਰਹੀ ਸੀ, ਅਤੇ ਉਹਨਾਂ ਨੇ ਜਾ ਕੇ ਕਿਸੇ ਲੜਕੇ ਨਾਲ ਗੱਲ ਕੀਤੀ ਸੀ, ਸ਼ਾਇਦ ਉਹਨਾਂ ਦੇ ਕੋਈ ਜਾਣ ਪਹਿਚਾਣ ਦੇ ਹੋਣਗੇ, ਕਿ ਸਾਨੂੰ ਇਸ ਤਰ੍ਹਾਂ ਕੋਈ 2 ਲੜਕੀਆਂ ਚਾਹੀਦੀਆਂ ਨੇ ਵੀ ਢਾਡੀ ਜੱਥੇ ਵਾਸਤੇ, ਵੀ ਵਧੀਆ ਗਾਉਂਦੀਆਂ ਹੋਣ। ਅਤੇ ਫਿਰ ਉਹਨਾਂ ਨੇ ਸਾਡੇ ਨਾਲ ਮਿਲਾਤਾ ਉਹਨਾਂ ਨੂੰ ਕਿ ਇਸ ਤਰ੍ਹਾਂ ਹੈਗੀਆਂ ਨੇ ਲੜਕੀਆਂ, ਅਤੇ ਉਹ ਜਿੱਦਾਂ ਵੀ ਧਾਰਮਿਕ ਲਾਈਨ ਹੀ ਕਰਨਾ ਚਾਹੁੰਦੀਆਂ ਨੇ। ਅਤੇ ਫਿਰ ਉਹ ਸਾਡੇ ਘਰ ਆਏ ਸੀ, ਅਤੇ ਫਿਰ ਅਸੀਂ ਦੋਨੋਂ ਸਿਸਟਰਸ ਉਹਨਾਂ ਦੇ ਨਾਲ ਸਟਾਰਟਿੰਗ ਕੀਤੀ ਸੀ। ਜਿੱਦਾਂ ਕਾਲਜ ਵਿੱਚ ਵੀ ਅਸੀਂ ਮਿਊਜ਼ਿਕ ਸਿੱਖ ਰਹੇ ਸੀਗੇ, ਅਤੇ ਫਿਰ ਉਹਨਾਂ ਨੇ ਸਾਨੂੰ ਜਿਸ ਤਰ੍ਹਾਂ ਇਹ ਧਾਰਮਿਕ ਕਵਿਤਾਵਾਂ ਸੀਗੀਆਂ, ਢਾਡੀ ਵਾਰਾਂ ਦਾ ਟਰਡੀਸ਼ਨ ਸੀ ਜੋ ਵੀ, ਫਿਰ ਉਹਨਾਂ ਨੇ ਸਾਨੂੰ ਇਸ ਵੱਲ ਨੂੰ ਜਿੱਦਾਂ ਸਿਖਾਇਆ, ਵਾਰਾਂ ਗਾਉਣੀਆਂ। ਅਤੇ ਫਿਰ ਅਸੀਂ ਉਹਨਾਂ ਨਾਲ ਪ੍ਰੋਗਰਾਮ ਕਰਨ ਲੱਗ ਗਏ ਸੀ ਜੀ। ਅਤੇ ਇੱਕ ਇਕਬਾਲ ਸਿੰਘ ਲਸੋਈ ਜੀ ਸੀਗੇ, ਲਸੋਈ ਪਿੰਡ ਦੇ, ਅਤੇ ਇੱਕ ਤਲਵੰਡੀ ਸਾਬੋ ਦੇ ਸੀਗੇ ਸਰਦਾਰ ਅਜਾਇਬ ਸਿੰਘ ਜੀ, ਅਤੇ ਉਹਨਾਂ ਨਾਲ ਅਸੀਂ 2 ਸਾਲ ਤਕਰੀਬਨ ਗਾਇਆ ਸੀਗਾ ਜੀ। ਤੁਹਾਨੂੰ ਕਦੋਂ ਲੱਗਿਆ ਕਿ ਵੀ ਤੁਹਾਨੂੰ ਵੀ ਆਪਣਾ ਜਿਹੜਾ ਗਰੁੱਪ ਤਿਆਰ ਕਰਨਾ ਚਾਹੀਦਾ, ਵੀ ਹੁਣ ਤੱਕ ਤੁਸੀਂ ਬਾਕੀ ਜਥਿਆਂ ਦੇ ਨਾਲ ਬਹੁਤ ਗਾ ਲਿਆ, ਅਤੇ ਉਦੋਂ ਜਾਂ ਕੋਈ ਤੁਹਾਨੂੰ ਉੱਦਾਂ ਦੀ ਉੱਥੇ ਕੋਈ ਅੜਿੱਕਾ ਆਇਆ, ਵਿੱਚ ਪ੍ਰੋਬਲਮ ਆਈ ਜਾਂ ਮੁਸ਼ਕਿਲ ਆਈ, ਪੇਸ਼ ਆਈ ਵੀ ਕਿ ਨਹੀਂ ਮੈਨੂੰ ਆਪਣੇ ਜਿਹੜਾ ਆਪਣਾ ਹੀ ਜਥਾ ਤਿਆਰ ਕਰਨਾ ਚਾਹੀਦਾ? ਕਾਫੀ ਡਿਫੀਕਲਟ ਕੁਐਸਚਨ ਹੈ। ਇਸ ਤਰ੍ਹਾਂ ਹੋਇਆ ਸੀ ਵੀਰ ਜੀ, ਜਿੱਦਾਂ ਆਪਾਂ ਜਾਂਦੇ ਹਾਂ ਤਾਂ ਨੇਚਰ ਵਾਈਜ਼, ਹੈ ਨਾ, ਹਰੇਕ ਦੀ ਨੇਚਰ ਆਪਣੀ ਅਲੱਗ-ਅਲੱਗ ਹੁੰਦੀ ਹੈ ਨਾ, ਬਾਹਰ ਲੋਕਾਂ ਦੇ ਵਿੱਚ ਵਿਚਰਨਾ ਜਾਣਾ ਕਾਫੀ ਮੁਸ਼ਕਿਲ ਹੋ ਜਾਂਦਾ। ਅਤੇ ਇੱਕ ਜਿਹੜਾ ਢਾਡੀ ਜੱਥਾ ਹੈ, ਇਹਦੇ ਵਾਸਤੇ ਇਕੱਲਾ ਬੰਦਾ ਨਹੀਂ ਕੰਮ ਕਰ ਸਕਦਾ ਨਾ, ਅਤੇ 4 ਲੋਕਾਂ ਦਾ ਹੋਣਾ ਨਾਲ ਬਹੁਤ ਜ਼ਰੂਰੀ ਆ। ਬਸ ਇਸੇ ਤਰ੍ਹਾਂ ਜਦੋਂ ਮੈਂ ਜਾਂਦੀ ਸੀ ਦੂਸਰੇ ਜੱਥਿਆਂ ਦੇ ਵਿੱਚ, ਤਾਂ ਮੈਨੂੰ ਕਾਫੀ ਤਰ੍ਹਾਂ ਦੀ ਪ੍ਰੋਬਲਮ ਫੇਸ ਆਉਂਦੀ ਸੀ। ਜੇ ਕਦੀ ਥੋੜ੍ਹਾ ਲੇਟ ਹੋ ਜਾਂਦੇ ਸੀ ਤਾਂ ਫਿਰ ਕਈ ਵਾਰੀ ਜੇ ਕਿਸ ਤਰ੍ਹਾਂ ਬੋਲਣਾ ਕਿਸੇ ਨੇ, ਨਾਲ ਦਿਆਂ ਮੈਂਬਰਸ ਨੇ, ਤਾਂ
ਕਦੇ ਕਿਸੇ ਗਾਇਕੀ ਪਿੱਛੇ ਜਾਂ ਕਿਸੇ ਨੇ ਨੁਕਸ ਕੱਢਦੇ ਨੇ, ਫਿਰ ਇਸ ਤਰ੍ਹਾਂ ਫੀਲ ਹੋਇਆ ਵੀ ਨਹੀਂ, ਐਵੇਂ ਨਹੀਂ ਸੁਣ ਸਕਦੇ ਆਪਾਂ, ਹੈ ਨਾ, ਕਿ ਆਪਾਂ ਆਪਣੇ ਤੌਰ 'ਤੇ ਹੀ ਆਪਣਾ ਕੁਛ ਕਰੀਏ। ਇਸ ਲਈ ਫਿਰ ਮੈਂ ਪ੍ਰਚਾਰ ਵਾਲੇ ਪਾਸੇ, ਅਤੇ ਕੁਛ ਮੈਨੂੰ ਸ਼ੌਂਕ ਵੀ ਸੀ ਕਿ ਮੈਂ ਖੁਦ ਪ੍ਰਚਾਰ ਕਰਾਂ, ਜਿੱਦਾਂ ਕਿ ਹੁਣ ਕਾफ़ੀ ਦੇਰ ਗਾ ਲਿਆ ਅਤੇ ਹੁਣ ਥੋੜ੍ਹਾ ਇਸ ਤੋਂ ਉੱਪਰ ਵੀ ਹੋਣਾ ਚਾਹੀਦਾ। ਜੇ ਤੁਸੀਂ ਰਾਈਟਰ ਹੋ ਤਾਂ ਫਿਰ ਉਸ ਤੋਂ ਬਾਅਦ ਤੁਹਾਡੀ ਗਾਉਣ ਦੇ ਵਿੱਚ ਤੁਸੀਂ ਤਰੱਕੀ ਕਰ ਸਕਦੇ ਹੋ, ਜੇ ਤੁਸੀਂ ਗਾ ਰਹੇ ਹੋ ਤਾਂ ਫਿਰ ਉਸ ਤੋਂ ਉੱਪਰ ਤੁਸੀਂ ਪ੍ਰਚਾਰ ਕਰਕੇ ਕਰ ਸਕਦੇ ਹੋ। ਇਸ ਤਰ੍ਹਾਂ ਹਾਂਜੀ, ਜਿਵੇਂ ਹੁਣ ਕੋਈ ਢੱਡ ਵਜਾ ਰਿਹਾ ਤਾਂ ਫਿਰ ਉਹਨੂੰ ਹੁੰਦਾ ਕਿ ਹੁਣ ਮੈਂ ਸਰੰਗੀ ਵਜਾਉਣੀ ਸਿੱਖਾਂ। ਹਾਂਜੀ, ਇਸ ਤਰ੍ਹਾਂ ਬਸ ਫਿਰ ਮੈਨੂੰ ਵੀ ਹੋਇਆ ਕਿ ਹੁਣ ਮੈਨੂੰ ਖੁਦ ਪ੍ਰਚਾਰ ਕਰਾਂ, ਮੇਰਾ ਵੀ ਜੱਥਾ ਹੋਵੇ, ਮੈਂ ਆਪਣੇ ਤੌਰ 'ਤੇ ਕੰਮ ਕਰਾਂ, ਆਪਣੇ ਤਰੀਕੇ ਨਾਲ ਕੰਮ ਕਰਾਂ, ਵੀ ਹਮੇਸ਼ਾ ਕਿਸੇ ਦੇ ਅੰਡਰ ਕੰਮ ਕਰਨ ਨਾਲੋਂ ਬੈਟਰ ਹੋਊਗਾ। ਹਾਂਜੀ, ਜਿੱਦਾਂ ਬਾਕੀ ਢਾਡੀ ਜਥਿਆਂ ਦੇ ਵਿੱਚ ਜੀ ਗਰੁੱਪ ਦੇ ਵਿੱਚ 3 ਬੀਬੀਆਂ ਹੁੰਦੀਆਂ ਨੇ, ਅਸੀਂ ਦੇਖਿਆ ਉਹ ਢੱਡ ਵੀ ਪਲੇ ਕਰਦੀਆਂ ਨੇ, ਪਰ ਤੁਸੀਂ ਆਪਣੇ ਜਥੇ ਦੇ ਵਿੱਚ 2 ਬੀਬੀਆਂ ਨੇ। ਕੀ ਕੋਈ ਇੱਦਾਂ ਦੀ ਬੰਦਿਸ਼ ਵੀ ਆ ਢਾਡੀ ਜਥੇ ਦੇ ਵਿੱਚ ਕਿ ਵੀ ਜਿਹੜੀਆਂ ਕਿੰਨੀਆਂ ਬੀਬੀਆਂ ਰਹਿਣੀਆਂ ਜ਼ਰੂਰੀ ਨੇ, ਅਤੇ ਤੁਹਾਡੇ ਜਥੇ ਦੇ ਵਿੱਚ ਢੱਡ ਕਿਉਂ ਨਹੀਂ ਪਲੇ ਕਰਦੀ? ਤੁਹਾਡੇ ਨਾਲ ਜਿਹੜੇ ਢਾਡੀ ਆਪਦਾ ਢੱਡ ਮਾਸਟਰ ਰੱਖੇ ਹੋਏ ਨੇ, ਉਹ ਕੀ ਕਾਰਨ ਨੇ ਉਹਨਾਂ ਦੇ ਬੀਬੀ? ਇਹਦੇ ਵਿੱਚ ਇਸ ਤਰ੍ਹਾਂ ਵੀਰ ਜੀ, ਜਿਵੇਂ ਕਿ ਮੈਂਬਰ ਤਾਂ ਜਿੰਨੇ ਮਰਜ਼ੀ ਆਪਾਂ ਕਰ ਸਕਦੇ ਹਾਂ, ਹੈ ਨਾ, ਉਹ ਤਾਂ ਕੋਈ ਨਹੀਂ। ਜਿੱਦਾਂ ਅਸੀਂ ਜੇ ਬਾਹਰ ਵਾਸਤੇ ਵੀ ਅਪਲਾਈ ਕਰਦੇ ਹਾਂ, ਉਹਦੇ ਵਿੱਚ ਸਾਨੂੰ ਹੁਣ ਆਪਸ਼ਨਾਂ ਦੇ ਰਹੇ ਨੇ ਕਿ ਤੁਸੀਂ ਜੇ 3 ਹੀ ਮੈਂਬਰ ਹੋਵੋ ਤਾਂ ਬੈਟਰ ਹੈ, ਵੀ ਜਿਸ ਤਰ੍ਹਾਂ 2 ਤੁਸੀਂ ਬੀਬੀਆਂ ਹੋਵੋ ਅਤੇ 1 ਨਾਲ ਸਰੰਗੀ ਮਾਸਟਰ ਹੋਣ, ਕਿ ਤੁਸੀਂ ਖੁਦ ਪ੍ਰਚਾਰ ਕਰਕੇ ਖੁਦ ਹੀ ਗਾਓ, ਹੈ ਨਾ। ਅਤੇ ਬਟ ਇੱਧਰ ਅਸੀਂ 4 ਰੱਖਦੇ ਹਾਂ, ਕਿਉਂਕਿ ਇੱਧਰ ਜਦੋਂ ਅਸੀਂ ਗਾਉਂਦੇ ਹਾਂ ਤਾਂ ਸਾਨੂੰ ਹੁੰਦਾ ਵੀ ਜਿਹੜੀ ਸਾਡੀ ਸਟੇਜ ਦੀ ਉਹ ਹੈ ਰਿਦਮ ਵਗੈਰਾ ਪਿੱਛੇ ਪੂਰਾ ਭਰ ਕੇ ਆਵੇ, ਹੈ ਨਾ, ਕਿ ਸੰਗਤਾਂ ਨੂੰ, ਸੁਣਨ ਵਾਲਿਆਂ ਨੂੰ ਇੰਜੋਏ ਵੀ ਕਰਨ, ਹੈ ਨਾ, ਜਿੱਦਾਂ ਵੀ ਬੋਰ ਨਾ ਹੋਣ ਸੁਣ ਕੇ। ਅਤੇ ਇਸ ਕਰਕੇ ਫਿਰ ਅਸੀਂ ਨਾਲ ਇੱਥੇ ਢੱਡ ਮਾਸਟਰ ਵੀ ਰੱਖਦੇ ਹਾਂ, ਅਤੇ ਖੁਦ ਵੀ ਢੱਡ ਮੈਂ ਪਲੇ ਕਰ ਲੈਂਦੀ ਹਾਂ, ਜਿੱਦਾਂ ਇਹ ਅਜੇ ਸਿੱਖ ਰਹੇ ਨੇ ਨਾ, ਤੁਹਾਨੂੰ ਜਿਵੇਂ ਦੱਸਿਆ ਕਿ ਨਵੇਂ ਨੇ ਨਾ ਸਾਡੇ ਨਾਲ, ਇਸ ਕਰਕੇ। ਤੁਹਾਡਾ ਕੋਈ ਮਕਬੂਲ ਕਵਿਤਾ ਜਿਹੜੀ ਲੋਕਾਂ ਨੇ ਪਸੰਦ ਕੀਤੀ ਹੋਵੇ ਅਤੇ ਤੁਹਾਨੂੰ ਵੀ ਜਿਹੜੀ ਗਾ ਕੇ ਸੁਕਨ ਮਿਲਦਾ ਹੋਵੇ, ਕੋਈ ਇੱਦਾਂ ਦੀ ਕਵਿਤਾ ਦੇ ਜਿਹੜੇ ਉਹ ਨੇ 2 ਬੋਲ ਸਾਂਝੇ ਕਰੋ? ਹਾਂਜੀ, ਇਹ ਇਨਸਾਨ ਦੇ ਜੀਵਨ ਦੇ ਬਾਰੇ ਵਿੱਚ ਹੈ ਜਿੱਦਾਂ, ਅਤੇ ਉਹਦੀਆਂ ਅਸੀਂ 4 ਕੁ ਲਾਈਨਾਂ ਹੈ ਨਾ ਤੁਹਾਨੂੰ ਸੁਣਾ ਦਿੰਦੇ ਹਾਂ। ਨਾਮ ਜਪਣੇ ਦਾ ਵੇਲਾ ਜਿੰਦੇ ਮੇਰੀਏ, ਬਿਨਾਂ ਨਾਮ ਦੇ ਜ਼ਿੰਦਗੀ ਮੰਦੇਰੀਏ। ਨਾਮ ਜਪਣੇ ਦਾ ਵੇਲਾ ਜਿੰਦੇ ਮੇਰੀਏ, ਬਿਨਾਂ ਨਾਮ ਦੇ ਜ਼ਿੰਦਗੀ ਮੰਦੇਰੀਏ। ਮੇਰੀ ਮੇਰੀ ਨਿਸ ਕਰਦਾ ਇੱਥੇ ਤੇਰੀ ਏ ਨਾ ਇੱਥੇ ਕੋਈ ਮੇਰੀ ਏ, ਮੇਰੀ ਮੇਰੀ ਨਿਸ ਕਰਦਾ ਇੱਥੇ ਤੇਰੀ ਏ ਨਾ ਇੱਥੇ ਕੋਈ ਮੇਰੀ ਏ, ਮੇਰੀ ਮੇਰੀ ਨਿਸ ਕਰਦਾ। ਵਾਹ ਜੀ ਵਾਹ, ਮੇਰੀ ਮੇਰੀ ਨਿੱਤ ਕਰਦਾ। ਜਿਹੜੀ ਇਹ ਕਵਿਤਾ ਦੇ ਬੋਲ ਨੇ, ਹਾਂਜੀ, ਤੁਸੀਂ ਖੁਦ ਲਿਖਦੇ ਵੀ ਹੋ? ਹਾਂਜੀ, ਇਹ ਮੇਰੀ ਆਪਣੀ ਲਿਖੀ ਹੋਈ ਕਵਿਤਾ ਜੀ। ਅਤੇ ਇਹਦੇ ਵਿੱਚ ਲਿਖਣ ਲੱਗੇ ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਜੀ? ਬਹੁਤ ਮੁਸ਼ਕਿਲ ਕੁਐਸਚਨ ਹੈ। ਜਿੱਦਾਂ ਕਿ ਤੁਕਬੰਦੀ ਸਭ ਤੋਂ ਜ਼ਰੂਰੀ ਆ, ਛੰਦਾਬੰਦੀ ਜਿਹਨੂੰ ਆਪਾਂ ਕਹਿੰਦੇ ਹਾਂ, ਮੇਨ ਤਾਂ ਇਹੀ ਹੁੰਦੀ ਹੈ ਜੀ। ਬਾਕੀ ਢੁਕਵੇਂ ਵਰਡ ਜਿਹੜੇ ਆਪਣੇ ਕਿ ਪ੍ਰਭਾਵਸ਼ਾਲੀ ਹੋਣੇ ਚਾਹੀਦੇ ਆ, ਹਲਕੇ ਵਰਡ ਜਿਹੜੇ ਆ ਗੀਤ ਦੇ ਵਿੱਚ ਉਹ ਵਧੀਆ ਨਹੀਂ ਨਾ ਲੱਗਦੇ। ਬਸ ਇਸ ਤਰ੍ਹਾਂ ਦੀਆਂ ਕੁਛ ਕੁ ਗੱਲਾਂ ਹੁੰਦੀਆਂ ਨੇ। ਮੇਰਾ ਖਿਆਲ ਜੇ ਆਪਾਂ ਗੱਲ ਕਰੀਏ ਤੁਕਬੰਦੀ ਦੀ, ਤੁਕਬੰਦੀ ਤਾਂ ਸੁਣਨ ਵਾਲੇ ਸਰੋਤੇ ਕਹਿ ਲਓ ਤੁਹਾਡੇ, ਜਾਂ ਸਾਡੇ ਦਰਸ਼ਕ ਕਹਿ ਲਓ, ਵੀ ਜਿਨ੍ਹਾਂ ਨੂੰ ਨੌਲੇਜ ਘੱਟ ਹੁੰਦੀ ਆ ਜਾਂ ਉਹ ਦੇਸੀ ਹੁੰਦੇ ਨੇ, ਉਹ ਤੁਕਬੰਦੀ ਕਹਿੰਦੇ ਨੇ। ਜਿਹੜੀ ਛੰਦਾਬੰਦੀ ਵਾਲੀ ਗੱਲ ਆ, ਇਹ ਜਿਹੜੇ ਲੇਖਕ ਨੇ ਬੰਦੇ, ਜਿਹੜੇ ਆਪਾਂ ਕਹੀਏ ਰਾਈਟਰ ਨੇ ਵਧੀਆ, ਉਹਨਾਂ ਦੀ ਭਾਸ਼ਾ ਦੇ ਨਾਲ ਜੋੜਿਆ ਵਾ ਸ਼ਬਦ ਆ। ਜੇ ਆਪਾਂ ਛੰਦਾਬੰਦੀ ਦੀ ਗੱਲ ਕਰੀਏ ਤਾਂ ਉਹ ਸ਼ਬਦ ਨੇ ਜਿਹੜੇ, ਉਹ ਕਿੱਥੋਂ ਤੁਸੀਂ ਕਿੱਦਾਂ ਸੋਚਦੇ ਹੋ? ਕੋਈ ਵੀ ਜਦੋਂ ਤੁਸੀਂ ਕਵਿਤਾ ਲਿਖਦੇ ਹੋ ਕਿਵੇਂ ਸੋਚ ਕੇ ਲਿਖਦੇ ਹੋ, ਅਤੇ ਉਹਦੇ ਜਿਹੜੇ ਸ਼ਬਦ ਨੇ ਕਿੱਥੋਂ ਲਏ ਜਾਂਦੇ ਨੇ? ਕਾਫੀਏ ਲਤੀਫ ਨੇ ਜਿਹੜੇ ਆਪਾਂ ਕਹਿ ਲਈਏ ਵੀ ਉਹਨਾਂ ਨੂੰ ਕਿਵੇਂ ਜੋੜਿਆ ਜਾਂਦਾ? ਹਾਂਜੀ, ਜਿਸ ਤਰ੍ਹਾਂ ਮਤਲਬ ਕਿ ਅਸੀਂ ਕਾਫੀ ਬੁੱਕਸ ਵਗੈਰਾ ਪੜ੍ਹਦੇ ਹਾਂ ਨਾ, ਲਿਟਰੇਚਰ, ਇਤਿਹਾਸ ਦੇ ਨਾਲ ਸੰਬੰਧਿਤ,
ਤੇ ਫਿਰ ਉਸ ਹਿਸਾਬ ਦੇ ਨਾਲ ਜਦੋਂ ਲਿਖਦੇ ਹਾਂ ਫਿਰ ਉਹ ਦਿਮਾਗ ਦੇ ਵਿੱਚ ਆਣੇ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਉਹ ਆਪਾਂ ਆਪਣੇ ਗੀਤ ਦੇ ਵਿੱਚ ਕਰ ਲਈਦਾ ਉਸ ਤਰ੍ਹਾਂ। ਜਿਸ ਤਰ੍ਹਾਂ ਢਾਡੀ ਵਾਰਾਂ ਵੀ ਸੁਣਦੇ ਹਾਂ, ਬਹੁਤ ਵਧੀਆ ਵਧੀਆ ਹੋਏ ਨੇ ਆਪਣੇ ਸਰਦਾਰ ਸੋਹਣ ਸਿੰਘ ਜੀ ਸ਼ੀਤਲ, ਜਿੱਦਾਂ ਉਹਨਾਂ ਦੀਆਂ ਕਾਫੀ ਬੁੱਕਸ ਮੈਂ ਪੜ੍ਹੀਆਂ ਨੇ ਤੇ ਫਿਰ ਉਹਨਾਂ ਦੇ ਲਿਖੇ ਹੋਏ ਕਾਫੀ ਛੰਦ ਜਿੱਦਾਂ, ਤੇ ਉਸ ਤੋਂ ਦੇਖ ਕੇ ਫਿਰ ਥੋੜ੍ਹਾ ਆਈਡੀਆ ਲੱਗ ਜਾਂਦਾ। ਹਾਂਜੀ, ਜੇ ਕਹੀਏ ਕਿ ਅਸੀਂ ਬਹੁਤ ਵਧੀਆ ਰਾਈਟਰ ਹੋ ਗਏ ਉਹ ਤਾਂ ਨਹੀਂ ਆਪਾਂ ਕਹਿ ਸਕਦੇ, ਜਿੰਨੀ ਥੋੜ੍ਹਾ ਬਹੁਤਾ ਮਤਲਬ ਆਪਣੇ ਜੋਗਾ ਕਰ ਲਈਦਾ। ਬੀਬੀ ਜਿਹੜੀ ਢਾਡੀ ਪ੍ਰਥਾ ਇਹ ਕਿੱਥੋਂ ਸਟਾਰਟ ਹੋਈ ਹੈ ਜੀ? ਹਾਂਜੀ, ਇਹ ਜਦੋਂ ਆਪਣੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ ਸੀ ਹੈ ਨਾ, ਸ਼ਹੀਦ ਕੀਤਾ ਗਿਆ ਸੀ, ਅਤੇ ਫਿਰ ਉਸ ਤੋਂ ਬਾਅਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੈ ਨਾ, ਜਦੋਂ 2 ਤਲਵਾਰਾਂ ਪਹਿਨ ਕੇ ਮੀਰੀ ਅਤੇ ਪੀਰੀ ਦੀਆਂ ਉਹ ਤਖਤ 'ਤੇ ਬੈਠੇ ਸੀ, ਅਤੇ ਫਿਰ ਉਹਨਾਂ ਨੇ ਸੋਚਿਆ ਕਿ ਹੁਣ ਜਿੱਦਾਂ ਮਾਲਾ ਫੇਰ ਕੇ ਵੀ ਬਹੁਤ ਕੁਛ ਦੇਖ ਲਿਆ ਹੈ ਨਾ, ਵੀ ਇਹ ਆਪਾਂ ਨੂੰ ਬੈਠਣ ਨਹੀਂ ਦਿੰਦੇ, ਅਤੇ ਫਿਰ ਉਹਨਾਂ ਨੇ ਕਿਹਾ ਸੀ ਵੀ ਹੁਣ ਆਪਾਂ ਤਲਵਾਰਾਂ ਉਠਾਵਾਂਗੇ। ਅਤੇ ਫਿਰ ਉਹਨਾਂ ਨੇ ਸੋਚਿਆ ਕਿ ਜਿਹੜੇ ਇਹ ਆਪਣੇ ਸਿੱਖ ਨੇ ਹੈ ਨਾ, ਇਹਨਾਂ ਦੇ ਵਿੱਚ ਜਿਹੜਾ ਕੋਈ ਇਹਨਾਂ ਦੇ ਖੂਨ ਨੂੰ ਉਬਾਲੇ ਲਿਆ ਸਕੇ, ਵੀ ਅਸੀਂ ਕੀ ਕੁਛ ਸਹਿਣ ਕਰ ਲਿਆ, ਹੁਣ ਅਸੀਂ ਇਹ ਸਹਿਣ ਨਹੀਂ ਕਰਨਾ, ਅਤੇ ਉਹਦੇ ਵਾਸਤੇ ਵੀ ਇਹਨਾਂ ਨੂੰ ਪ੍ਰਚਾਰ ਦੀ ਲੋੜ ਹੈ। ਇਹਨਾਂ ਦਾ ਉਹਨਾਂ ਨੇ ਕਿਹਾ ਕਿ ਜਿਹੜਾ ਇਹਨਾਂ ਦੇ ਡੋਲਿਆਂ ਦੇ ਵਿੱਚ ਖੂਨ ਜੰਮ ਚੁੱਕਿਆ ਕਿ ਉਹਨੂੰ ਉਬਾਲਾ ਦੇਣ ਦੀ ਲੋੜ ਹੈ। ਇਸ ਵਾਸਤੇ ਫਿਰ ਉਹਨਾਂ ਨੇ ਨੱਥਾ ਅਤੇ ਅਬਦੁੱਲਾ 2 ਢਾਡੀ ਸੀਗੇ ਜਿਹੜੇ, ਉਹ ਉਹਨਾਂ ਨੇ ਲਿਆਂਦੇ ਅਤੇ ਉਹਨਾਂ ਨੇ ਢਾਡੀਆਂ ਦੀ ਪ੍ਰਥਾ ਚਲਾਈ, ਅਤੇ ਉਹ ਫਿਰ ਪ੍ਰਚਾਰ ਕਰਦੇ ਸੀ, ਵਾਰਾਂ ਸੁਣਾਉਂਦੇ ਸੀ, ਅਤੇ ਫਿਰ ਯੋਧਿਆਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਜੂਝਣ ਲਈ ਉਹ ਤਿਆਰ ਕਰਦੇ ਸੀ। ਇਸ ਤਰ੍ਹਾਂ ਢਾਡੀ ਪ੍ਰਥਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਚਲਾਈ ਸੀ, 6ਵੇਂ ਪਾਤਸ਼ਾਹ ਜੀ ਨੇ। ਜੇ ਆਪਾਂ ਉਦੋਂ ਦੀ ਗੱਲ ਕਰੀਏ, ਜਿਹੜੀ ਉਦੋਂ ਢਾਡੀ ਪ੍ਰਥਾ ਇੱਕ ਮਰਦ ਜਮਾਤ ਨੇ ਚਲਾਈ ਸੀਗੀ, ਅਤੇ ਹੁਣ ਇਹਦੇ ਵਿੱਚ ਬੀਬੀਆਂ ਨੇ ਵੀ ਆਪਦੇ ਜਿਹੜੇ ਰੋਲ ਨੇ ਅਦਾ ਕਰਨੇ ਸ਼ੁਰੂ ਕਰ ਦਿੱਤੇ ਨੇ, ਅਤੇ ਉਹ ਇਹ ਕਦੋਂ ਤੋਂ ਸਟਾਰਟ ਹੋਇਆ? ਕਿਹੜੀਆਂ ਬੀਬੀਆਂ ਸੀ ਜਦੋਂ ਮਸ਼ਹੂਰ ਸੀ? ਕੋਈ ਪਹਿਲਾਂ ਤੁਹਾਡੇ ਹੈ ਜੀ ਦਿਮਾਗ 'ਚ? ਹਾਂਜੀ, ਮੈਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਨਾ, ਜਦੋਂ ਅਸੀਂ ਛੋਟੇ ਸੀ ਉਦੋਂ ਨਾਭੇ ਵਾਲੀਆਂ ਬੀਬੀਆਂ ਸੁਣਦੇ ਹੁੰਦੇ ਸੀ, ਅਤੇ ਮੈਂ ਆਪਣੇ ਜਿੰਨਾ ਕੁ ਐਕਸਪੀਰੀਅੰਸ ਹੈ ਮੈਂ ਉਹਨਾਂ ਦਾ ਹੀ ਨਾਮ ਸੁਣਿਆ। ਨਾਭੇ ਵਾਲੀਆਂ ਬੀਬੀਆਂ ਤੋਂ ਹੀ ਸ਼ਾਇਦ ਸ਼ੁਰੂ ਹੋਏ ਹੋਣਗੇ ਬੀਬੀਆਂ ਦੇ ਜੱਥੇ, ਉਸ ਤੋਂ ਪਹਿਲਾਂ ਆਈ ਥਿੰਕ ਨੋ। ਹਾਂਜੀ, ਉਸ ਤੋਂ ਬਾਅਦ ਹੁਣ ਅੱਜ ਦੀ ਗੱਲ ਕਰੀਏ, ਅੱਜ ਤਾਂ ਬਹੁਤ ਜ਼ਿਆਦਾ ਜੱਥੇ ਨੇ ਬੀਬੀਆਂ ਦੇ, ਬਹੁਤ ਕੰਪੀਟੀਸ਼ਨ ਹੈ ਇਸ ਲਾਈਨ ਦੇ ਵਿੱਚ ਵੀ, ਜਿਸ ਤਰ੍ਹਾਂ ਅੱਗੇ ਆ ਪਾਉਣਾ, ਅਤੇ ਜੱਥੇ ਬਹੁਤ ਜ਼ਿਆਦਾ ਨੇ ਇਸ ਟਾਈਮ ਬੀਬੀਆਂ ਦੇ। ਹਾਂਜੀ, ਸ਼ਾਇਦ ਆਪਣੇ ਵੀਰਾਂ ਦੇ ਜੱਥੇ ਘੱਟ ਹੋਣਗੇ ਮੇਰੇ ਖਿਆਲ ਮੁਤਾਬਕ, ਅੱਜ ਬੀਬੀਆਂ ਦੇ ਜੱਥੇ ਬਹੁਤ ਗਿਣਤੀ ਵਿੱਚ ਨੇ। ਬੀਬੀ ਜਿੱਦਾਂ ਸਾਡੇ ਢਾਡੀ ਨੇ ਉਹ ਗੱਲ ਕਰਦੇ ਨੇ, ਵਾਰਾਂ ਗਾਉਂਦੇ ਨੇ, ਕਵਿਤਾਵਾਂ ਗਾਉਂਦੇ ਨੇ, ਹੀਰ ਰਾਂਝੇ ਦੀਆਂ, ਸੱਸੀ ਪੁੰਨੂ ਦੀਆਂ, ਕੁਛ ਢਾਡੀ ਨੇ ਵੀ ਜਿਹੜੇ ਗੁਰੂ ਸਾਹਿਬ ਦੀਆਂ ਵਾਰਾਂ ਗਾਉਂਦੇ ਨੇ, ਕਵਿਤਾਵਾਂ ਗਾਉਂਦੇ ਨੇ, ਇਹਨਾਂ ਦੇ ਵਿੱਚ ਕੀ ਅੰਤਰ ਆ? ਹਾਂਜੀ ਵੀਰ ਜੀ, ਜਿੱਦਾਂ ਉਹ ਗੱਲ ਕਰਦੇ ਆ ਦੁਨਿਆਵੀ ਪਿਆਰ ਦੀ ਹੈ ਨਾ, ਅਤੇ ਜਿਹੜੇ ਆਪਣੇ ਢਾਡੀ ਵਾਰਾਂ ਗਾਉਂਦੇ ਆ ਅਸੀਂ ਗੱਲ ਕਰਦੇ ਹਾਂ ਪ੍ਰਭੂ ਦੇ ਪਿਆਰ ਦੀ ਹੈ ਨਾ, ਅਤੇ ਜਿਵੇਂ ਉਹ ਇਸ਼ਕ ਮਜਾਜੀ ਦੀ ਗੱਲ ਕਰਦੇ ਆ, ਇਹ ਇਸ਼ਕ ਹਕੀਕੀ ਹੋ ਗਿਆ ਕਿ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਪਿਆਰ ਕੀਤਾ, ਉਹ ਆਰਿਆਂ ਦੇ ਨਾਲ ਚੀਰੇ ਗਏ, ਚਰਖੜੀਆਂ ਦੇ ਉੱਤੇ ਚੜ੍ਹ ਗਏ ਹੈ ਨਾ, ਰੰਬੀਆਂ ਦੇ ਨਾਲ ਖੋਪਰੀਆਂ ਲੁਹਾਈਆਂ, ਦੀਵਾਰਾਂ ਵਿੱਚ ਚਿਣੇ ਗਏ, 40 ਸਿੰਘਾਂ ਨੇ 10 ਲੱਖ ਵੈਰੀ ਦਾ ਮੁਕਾਬਲਾ ਕੀਤਾ, ਉਹ ਵੀ ਉਹਨਾਂ ਦਾ ਇਸ਼ਕ ਸੀ ਹੈ ਨਾ। ਇਹ ਪ੍ਰਭੂ ਦੇ ਪਿਆਰ ਦੀ ਗੱਲ ਹੋ ਗਈ, ਨੀਹਾਂ ਦੇ ਵਿੱਚ ਚਿਣੇ ਗਏ, ਅਤੇ ਉਹ ਦੁਨਿਆਵੀ ਲੋਕ ਨੇ, ਉਹ ਕਿਸੇ ਇੱਕ ਨਾਲ ਜੁੜ ਕੇ ਰਹਿੰਦੇ ਨੇ, ਜਿੱਦਾਂ ਉਹਨਾਂ ਦੀਆਂ ਵਾਰਾਂ ਗਾਉਂਦੇ ਨੇ ਉਹ, ਅਤੇ ਇਹ ਪ੍ਰਭੂ ਦੇ ਮਿਲਣ ਦੀ ਗੱਲ ਹੋ ਗਈ, ਇਸ਼ਕ ਹਕੀਕੀ ਅਤੇ ਇਸ਼ਕ ਮਜਾਜੀ ਦੀ ਗੱਲ ਹੋ ਗਈ। ਜੇ ਗੱਲ ਇਤਿਹਾਸ ਦੀ ਕਰੀਏ ਆਪਾਂ ਬੀਬੀ ਜੀ, ਕਹਿੰਦੇ ਹੁਣ ਤੱਕ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਇੰਨੀ ਮਹਿੰਗੀ ਧਰਤੀ ਦੁਨੀਆ 'ਤੇ ਨਾ ਕਿਤੇ ਵਿਕੀ ਆਈ ਅਤੇ ਨਾ ਹੀ ਕਿਤੇ ਵਿਕਣੀ ਆ, ਅਤੇ ਜਿਹੜੀਆਂ ਉਹਦੇ ਲਈ ਤੁਹਾਡੇ ਕੋਈ ਫਤਿਹਗੜ੍ਹ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ 'ਤੇ ਮੇਰੇ ਕਹਿਣ ਦਾ ਭਾਵ ਆ ਵੀ ਉਹਨਾਂ ਬਾਰੇ, ਉਹਨਾਂ ਦੀ ਵਾਰ ਬਾਰੇ ਕੋਈ ਤੁਹਾਡੇ ਕੋਲ ਜਿਹੜੀਆਂ 2 ਲਾਈਨਾਂ ਨੇ ਉਹ ਸਾਡੇ ਨਾਲ ਸਾਂਝੀਆਂ ਕਰੋਗੇ? ਹਾਂਜੀ, ਅਸੀਂ ਹੁਣੀ ਆਪਣੀ ਜਿਹੜੀ CD ਕੀਤੀ ਆ ਖਾਲਸੇ ਦੀ ਸ਼ਾਨ, ਉਹਦੇ ਵਿੱਚ ਅਸੀਂ ਇਸ ਜੋੜ ਮੇਲੇ ਦੇ ਬਾਰੇ ਵਿੱਚ ਹੀ ਕਿਹਾ ਸੀ ਕਿ ਇਸ ਮੇਲੇ ਨੂੰ ਕਿਤੇ ਨਾ ਕਿਤੇ ਮੇਲੇ ਦਾ ਰੂਪ ਦਿੱਤਾ ਜਾ ਰਿਹਾ। ਉੱਥੇ ਹੁਣ ਸਰਕਸ ਵੀ ਲੱਗ ਰਹੀ ਹੈ, ਜਿੱਦਾਂ ਡਾਂਸਰਾਂ ਵੀ ਲੱਗ ਰਹੀਆਂ ਨੇ, ਅਤੇ ਤਕਰੀਬਨ ਲੋਕ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਸੰਗਤਾਂ ਜਾਂਦੀਆਂ ਮੱਥਾ ਟੇਕਣ ਨੇ, ਅਤੇ ਮੁੰਡੇ ਜਿਸ ਤਰ੍ਹਾਂ ਟੋਲੀਆਂ ਬਣਾ ਕੇ ਘੁੰਮਦੇ ਨੇ, ਉੱਥੇ ਕੋਈ ਸ਼ਰਧਾਂਜਲੀ ਵਾਲੀ ਗੱਲ ਉੱਥੇ ਫੀਲ ਨਹੀਂ ਹੁੰਦੀ ਨਾ ਜਾ ਕੇ, ਅਤੇ ਉਹ ਅਸੀਂ ਹੁਣ ਆਪਣੀ ਇਸ ਇੱਕ ਕਵਿਤਾ ਦੇ ਰਾਹੀਂ ਮੈਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਉਹ ਅਸੀਂ ਤੁਹਾਨੂੰ ਸੁਣਾ ਦਿੰਦੇ ਹਾਂ। ਜੋੜ ਮੇਲਾ ਹੈ ਸ਼ਹੀਦੀ ਅੱਜ ਆਇਆ, ਮੇਲਾ ਨਾ ਬਣਾਓ ਸੰਗਤੇ, ਹੋ ਜੋੜ ਮੇਲਾ ਹੈ ਸ਼ਹੀਦੀ ਅੱਜ ਆਇਆ, ਮੇਲਾ ਨਾ ਬਣਾਓ ਸੰਗਤੇ, ਜੋੜ ਮੇਲਾ ਹੈ ਸ਼ਹੀਦੀ ਅੱਜ ਆਇਆ, ਮੇਲਾ ਨਾ ਬਣਾਓ ਸੰਗਤੇ, ਖੂਨ ਡੋਲ ਕੇ ਹੈ ਸਿੱਖੀ ਨੂੰ ਬਚਾਇਆ, ਮੇਲਾ ਨਾ ਬਣਾਓ ਸੰਗਤੇ, ਖੂਨ ਡੋਲ ਕੇ ਹੈ ਸਿੱਖੀ ਨੂੰ ਬਚਾਇਆ, ਮੇਲਾ ਨਾ ਬਣਾਓ ਸੰਗਤੇ।
ਕਿਵੇਂ ਬੱਚਿਆਂ ਨੇ ਧਰਮ ਬਚਾਇਆ ਸੀ, ਕਿਵੇਂ ਬੱਚਿਆਂ ਨੇ ਧਰਮ ਬਚਾਇਆ ਸੀ। ਸੂਬੇ ਕਿਹੜਾ ਨਹੀਂ ਲਾਲਚ ਵਿਖਾਇਆ ਸੀ, ਸੂਬੇ ਕਿਹੜਾ ਨਹੀਂ ਲਾਲਚ ਵਿਖਾਇਆ ਸੀ। ਕਿਵੇਂ ਬੱਚਿਆਂ ਨੇ ਧਰਮ ਬਚਾਇਆ ਸੀ, ਕਿਵੇਂ ਬੱਚਿਆਂ ਨੇ ਧਰਮ ਬਚਾਇਆ ਸੀ। ਸੂਬੇ ਕਿਹੜਾ ਨਹੀਂ ਲਾਲਚ ਵਿਖਾਇਆ ਸੀ, ਸੂਬੇ ਕਿਹੜਾ ਨਹੀਂ ਲਾਲਚ ਵਿਖਾਇਆ ਸੀ। ਉਹ ਭੋਰਾ ਸਿੱਧ ਕੋ ਨਾ ਡੋਲੇ ਤੇ ਜੈਕਾਰੇ ਗੱਜ ਬੋਲੇ, ਸਿੱਧ ਕੋ ਨਾ ਡੋਲੇ ਤੇ ਜੈਕਾਰੇ ਗੱਜ ਬੋਲੇ। ਉਹਨਾਂ ਸਿੱਖੀ ਨੂੰ ਦਾਗ ਨਾ ਲਾਇਆ, ਮੇਲਾ ਨਾ ਬਣਾਓ ਸੰਗ ਤੇ, ਜੋੜ ਮੇਲਾ ਹੈ ਸ਼ਹੀਦੀ ਅੱਜ ਆਇਆ, ਮੇਲਾ ਨਾ ਬਣਾਓ ਸੰਗ ਤੇ। ਬੀਬੀ ਜਿਹੜੇ ਇਦਾਂ ਦੇ ਸ਼ਹੀਦੀ ਜੋੜ ਮੇਲੇ ਨੇ ਤੁਹਾਨੂੰ ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਬੁਲਾਇਆ ਜਾਂਦਾ ਗਾ? ਉਹ ਜਿਸ ਤਰ੍ਹਾਂ ਚਿੱਠੀਆਂ ਭੇਜਦੇ ਨੇ ਜੀ, ਜਿਸ ਤਰ੍ਹਾਂ ਕਿਹੜੇ ਹਿਸਾਬ ਨਾਲ ਉਹ ਜੱਥੇ ਸਿਲੈਕਟ ਕਰਦੇ ਆ, ਇਸ ਬਾਰੇ ਮੈਨੂੰ ਨੌਲੇਜ ਨਹੀਂ ਹੈਗੀ। ਤੇ ਬਾਕੀ ਜਿਹੜੇ ਜਾਂਦੇ ਨੇ ਉਹਨਾਂ ਨੂੰ ਵੀ ਉਹ ਜਿਸ ਤਰ੍ਹਾਂ ਬੈਠੇ ਹੁੰਦੇ ਨੇ, ਬਹੁਤ ਜੱਥੇ ਬੈਠੇ ਹੁੰਦੇ ਆ ਸਟੇਜਾਂ 'ਤੇ, ਕੁਛ ਪਹਿਲਾਂ ਹੀ ਪਿੱਛੋਂ ਆਣ ਕੇ ਪਹਿਲਾਂ ਟਾਈਮ ਲੈ ਜਾਂਦੇ ਨੇ। ਕਿਹੜੇ ਹਿਸਾਬ ਨਾਲ ਸਟੇਜ ਉੱਥੇ ਉਹ ਮੈਨੇਜ ਕਰਦੇ ਆ, ਕੁਛ ਸਮਝ ਨਹੀਂ ਆਉਂਦੀ ਹੈਗੀ। ਕਈ ਵਾਰੀ ਤਾਂ ਉੱਥੋਂ ਐਵੇਂ ਹੀ ਉੱਠ ਕੇ ਆ ਜਾਣਾ ਪੈਂਦਾ ਹੈ ਕਿ ਸਾਨੂੰ ਘੰਟਾ ਹੋ ਗਿਆ ਜਾਂ 1.5 ਘੰਟਾ ਹੋ ਗਿਆ ਜਾਂ 2 ਘੰਟੇ ਹੋ ਗਏ ਬੈਠਿਆਂ ਨੂੰ, ਕਿ ਸਾਨੂੰ ਅਜੇ ਪਤਾ ਨਹੀਂ ਸਾਡੀ ਵਾਰੀ ਆਣੀ ਹੈ ਕਿ ਨਹੀਂ। ਕਈ ਵਾਰੀ ਅਸੀਂ ਪਹਿਲਾਂ ਜਾਂਦੇ ਸੀ ਜਦੋਂ ਕਾਫੀ ਸਾਲ ਪਹਿਲਾਂ, ਅਤੇ ਉਦੋਂ ਅਸੀਂ ਇੱਕ ਵਾਰੀ ਟੋਡਰਮੱਲ ਦੀਵਾਨ ਹਾਲ 'ਚ ਪੂਰੀ ਰਾਤ ਹੀ ਅਸੀਂ ਬੈਠੇ ਰਹੇ ਸੀ, ਤਕਰੀਬਨ 4-5 ਘੰਟੇ ਬਾਅਦ ਸਾਨੂੰ ਵਾਰੀ ਮਿਲੀ ਸੀ। ਜਦ ਕਿ ਪਹਿਲਾਂ ਕਾਫੀ ਜੱਥੇ ਆ ਗਏ ਸੀ ਅਤੇ ਉਹ ਬੋਲ ਕੇ ਜਾਈ ਜਾ ਰਹੇ ਸੀ। ਸਾਨੂੰ ਇਸ ਸਿਸਟਮ ਦਾ ਪਤਾ ਨਹੀਂ ਲੱਗਿਆ ਅਜੇ ਤੱਕ ਕੀ ਹੈ ਉੱਥੇ। ਵੀ ਜੇ ਆਪਾਂ ਗੁਰਮਤ ਪ੍ਰਚਾਰ ਦੀ ਗੱਲ ਕਰੀਏ, ਇੱਕ ਸੰਸਥਾ ਜਿਹੜੀ SGPC ਸ਼੍ਰੋਮਣੀ ਪ੍ਰਬੰਧਕ ਕਮੇਟੀ ਹੈਗੀ ਆ ਸਾਡੀ, ਅਤੇ ਇਹ ਬਹੁਤ ਵੱਡੀ ਸੰਸਥਾ ਆ। ਇਹਦੀਆਂ ਜਿਹੜੀਆਂ ਔਕੜਾਂ ਨੇ ਜਾਂ ਢਾਡੀ ਜਥਿਆਂ ਨੂੰ ਇਹਨਾਂ ਵੱਲੋਂ ਕਿੱਦਾਂ ਦੀਆਂ ਔਕੜਾਂ ਪੇਸ਼ ਹੁੰਦੀਆਂ ਨੇ? SGPC ਦੇ ਵਿੱਚ ਜਿਸ ਤਰ੍ਹਾਂ ਢਾਡੀ ਜਾਂਦੇ ਨੇ, ਮੰਨ ਲਓ ਅਸੀਂ ਅੰਬਾਲਾ ਦੇ ਨੇੜੇ ਵੀ ਕਿਸੇ ਗੁਰਦੁਆਰੇ 'ਚ ਜਾਂਦੇ ਹਾਂ, ਜੇ ਅਸੀਂ ਬੱਸ 'ਤੇ ਵੀ ਜਾਂਦੇ ਹਾਂ ਤਾਂ ਸਾਡਾ 100 ਰੁਪਏ ਤੋਂ ਜ਼ਿਆਦਾ ਹੀ ਕਿਰਾਇਆ ਲੱਗਦਾ ਹੈ ਨਾ। ਅਤੇ ਉਹਦੇ ਵਿੱਚ ਇਹ ਸਾਨੂੰ ਸਿਰਫ 500 ਰੁਪਇਆ ਜਿੱਦਾਂ ਦਿੰਦੇ ਆ ਇੱਕ ਜੱਥੇ ਨੂੰ। ਅਤੇ ਫਿਰ ਜੇ ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਅੱਜ ਦੀ ਮਹਿੰਗਾਈ ਦੇ ਯੁੱਗ ਵਿੱਚ ਸੋਚਦਾ ਬੰਦਾ ਕਿ ਢਾਡੀ ਨਾ ਬਣਦੇ, ਕੁਛ ਹੋਰ ਹੀ ਬਣ ਜਾਂਦੇ ਤਾਂ ਵਧੀਆ ਸੀਗਾ। ਅਤੇ ਇਸ ਤਰ੍ਹਾਂ ਦੀਆਂ ਗੱਲਾਂ ਨੇ ਇਹਨਾਂ ਨੂੰ ਅੱਗੇ ਲਿਆਉਣ ਦੀ ਬਜਾਏ ਜਿਸ ਤਰ੍ਹਾਂ ਇਹ ਦਬਾਉਣ ਦਾ ਹੀ ਯਤਨ ਮੇਰੇ ਹਿਸਾਬ ਵਿੱਚ ਹੁੰਦਾ ਕਿ ਇਹ ਉਤਸ਼ਾਹਿਤ ਨਹੀਂ ਕਰਦੇ ਜੱਥਿਆਂ ਨੂੰ ਬਿਲਕੁਲ ਵੀ, ਜਦ ਕਿ ਇਹਨਾਂ ਨੂੰ ਚਾਹੀਦਾ ਵੀ ਉਤਸ਼ਾਹਿਤ ਕਰਨੇ, ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਨੇ। ਅਤੇ ਅੱਜ ਪਤਾ ਨਹੀਂ ਕੁਛ ਗੱਲਾਂ ਕਰਕੇ ਮੈਨੂੰ ਲੱਗਦਾ ਵੀ ਅਸੀਂ ਤਾਂ ਹੀ ਸ਼ਾਇਦ ਪਿੱਛੇ ਹਾਂ, ਕਿ ਸਾਡੇ ਜਿਹੜੇ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਦਾ ਹੀ ਸਿੱਖ ਵੈਰੀ ਹੈ। ਆਈ ਥਿੰਕ ਮੈਂ ਫੇਸਬੁੱਕ ਦੀ ਹੋਈ ਗੱਲ ਕਰ ਦਿੰਦੀ ਹਾਂ ਤੁਹਾਡੇ ਸਾਹਮਣੇ। ਕੱਲ੍ਹ ਸਾਨੂੰ ਅਸੀਂ 5 ਮਿੰਟ ਲਈ ਸਿਰਫ ਔਨਲਾਈਨ ਹੋ ਸਕਦੇ ਹਾਂ, ਇਸ ਤੋਂ ਜ਼ਿਆਦਾ ਟਾਈਮ ਨਹੀਂ ਹੁੰਦਾ ਨਾ। ਅਤੇ ਉਹਦੇ 'ਤੇ ਇੰਨੇ ਕੁਐਸਚਨ ਭੇਜਦੇ ਆ ਕਿ ਫਤਿਹ, ਜਾਂ ਫਿਰ ਉਸ ਤੋਂ ਬਾਅਦ ਮੰਨ ਲਓ ਫਤਿਹ ਦਾ ਜਵਾਬ ਅਸੀਂ ਦੇ ਤਾ, ਅਸੀਂ ਗੁਰਸਿੱਖਾਂ ਸਾਡਾ ਫਰਜ਼ ਬਣਦਾ ਹੈ ਨਾ ਫਤਿਹ ਬੁਲਾਈਏ ਉਹਦਾ ਜਵਾਬ ਦਈਏ। ਅਤੇ ਉਹ ਫਿਰ ਨਾਲੇ ਨਾਲ ਕੁਐਸਚਨ ਫਿਰ ਹੋਰ ਕੁਐਸਚਨ, ਅੱਛਾ ਉਹਦੇ 'ਤੇ ਪਤਾ ਨਹੀਂ ਕਿੰਨੇ ਕੁ ਕੁਐਸਚਨ ਆਉਂਦੇ ਨੇ ਕਿ ਅਸੀਂ ਨਹੀਂ ਜਵਾਬ ਦੇ ਪਾਉਂਦੇ। ਸਾਰਿਆਂ ਦਾ ਜਵਾਬ ਦੇਣਾ ਬਹੁਤ ਮੁਸ਼ਕਿਲ ਹੈ ਨਾ। ਅਤੇ ਕੱਲ੍ਹ ਇੱਕ ਫ਼ੋਨ ਆਇਆ ਮੈਨੂੰ, ਕਹਿੰਦੇ ਕਿ ਫ਼ੋਨ ਕਰਕੇ ਮੈਂ ਪਿਕ ਕੀਤਾ, ਤੁਸੀਂ ਫਤਿਹ ਦਾ ਜਵਾਬ ਨਹੀਂ ਦੇ ਰਹੇ। ਮੈਂ ਕਿਹਾ ਕੀ ਗੱਲ ਹੋ ਗਈ ਵੀਰ ਜੀ, ਨਾ ਤੁਸੀਂ ਐਵੇਂ ਕਿਉਂ ਬੋਲਦੇ ਹੋ, ਅਸੀਂ ਫਤਿਹ ਬੁਲਾਈ ਜਾਂਦੇ ਹਾਂ ਫੇਸਬੁੱਕ 'ਤੇ, ਤੁਸੀਂ ਜਵਾਬ ਨਹੀਂ ਦੇ ਰਹੇ ਹੈ, ਤੁਸੀਂ ਕਾਹਦੇ ਸਿੱਖ ਹੋ? ਮੈਨੂੰ ਕਹਿੰਦੇ ਕਿ ਗੁਰਸਿੱਖ ਦਾ ਫਰਜ਼ ਬਣਦਾ ਗੁਰਸਿੱਖ ਨੂੰ ਫਤਿਹ ਬੁਲਾਵੇ। ਮੈਂ ਕਿਹਾ ਤੁਸੀਂ ਮੈਨੂੰ ਫ਼ੋਨ ਕੀਤਾ, ਤੁਸੀਂ ਫਤਿਹ ਬੁਲਾਈ? ਫ਼ੋਨ ਕਰਦਿਆਂ ਸਾਰ ਤੁਸੀਂ ਬੋਲੋ ਫਤਿਹ ਦਾ ਜਵਾਬ ਨਹੀਂ ਦਿੰਦੇ ਤੁਸੀਂ, ਅਤੇ ਮਤਲਬ ਕਿ ਤੁਸੀਂ ਮੈਨੂੰ ਹੁਣ ਫਤਿਹ ਬੁਲਾਉਂਦੇ, ਮੈਂ ਤੁਹਾਨੂੰ ਫਤਿਹ ਦਾ ਜਵਾਬ ਨਾ ਦਿੰਦੀ, ਤੁਸੀਂ ਫਿਰ ਮੈਨੂੰ ਕਹਿ ਸਕਦੇ ਸੀ ਹੈ ਨਾ। ਅਤੇ ਬਾਅਦ ਵਿੱਚ ਮੈਂ ਫ਼ੋਨ ਕੱਟਤਾ ਕਿਉਂਕਿ ਮੈਨੂੰ ਪਤਾ ਨਹੀਂ ਸੀ ਉਹ ਕੀ ਬੋਲਣਗੇ ਅੱਗੋਂ ਨਾ ਕੀ ਨਹੀਂ। ਅਤੇ ਮੈਂ ਕਿਹਾ ਵੀ ਤੁਹਾਡਾ ਇਸ ਤਰ੍ਹਾਂ ਗੱਲ ਕਰਨ ਦਾ ਫਰਜ਼ ਨਹੀਂ ਬਣਦਾ, ਅਸੀਂ ਇੰਨੇ ਲੋਕਾਂ ਨੂੰ ਜਵਾਬ ਨਹੀਂ ਦੇ ਸਕਦੇ ਫੇਸਬੁੱਕ 'ਤੇ 5 ਮਿੰਟ ਵਾਸਤੇ। ਫਿਰ ਉਹਨਾਂ ਨੇ ਕੀ ਕੀਤਾ, ਮੈਂ ਜਦੋਂ ਫਿਰ ID ਖੋਲ੍ਹੀ, ਮੈਂ ਦੇਖਿਆ ਉਹ ਸਾਬਤ ਸੂਰਤ ਸਿੱਖ, ਉਹਨਾਂ ਨੇ ਦੁਮਾਲਾ ਬੰਨਿਆ ਹੋਇਆ ਸਿਰ 'ਤੇ ਆਪਣੇ। ਅਤੇ ਫਿਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਿੱਖ ਨੇ ਅਤੇ ਇਹਨਾਂ ਦੀ ਭਾਵਨਾ ਕਿਸ ਟਾਈਪ ਦੀ ਹੈ ਜਿੱਦਾਂ। ਅਤੇ ਇਹ ਗੱਲਾਂ ਮਹਿਸੂਸ ਕਰਦੇ ਹਾਂ ਅਸੀਂ ਅਕਸਰ ਬਾਹਰ ਜਾ ਕੇ, ਜਿੱਦਾਂ ਵੀ ਸਿੱਖ ਦੂਸਰੇ ਨੂੰ ਦੇਖ ਕੇ ਪਤਾ ਨਹੀਂ ਕਿਸ ਤਰ੍ਹਾਂ ਦੇ ਇਹਨਾਂ ਦੇ ਆਪਸ ਦੇ ਵਿੱਚ ਹੀ ਨੇ, ਪਤਾ ਨਹੀਂ ਕਿਉਂ ਐਵੇਂ ਕਰਦੇ ਨੇ ਇੱਕ ਦੂਜੇ ਨਾਲ। ਜੇ ਆਪਾਂ ਗੱਲ ਕਰੀਏ ਢਾਡੀ ਜਥਿਆਂ ਨੂੰ ਉਤਸ਼ਾਹਿਤ ਕਰਨ ਦੀ, ਉਹਨਾਂ ਨੂੰ ਕਿਹੜੀਆਂ ਲੋੜਾਂ ਨੇ ਵੀ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਵੀ ਸਰਕਾਰ ਵੱਲੋਂ ਜਾਂ ਉਹਨਾਂ ਨੂੰ ਜਿਹੜੀ ਉੱਦਾਂ ਦੀ ਮਦਦ ਦਿੱਤੀ ਜਾਵੇ, ਜਾਂ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਮਦਦ ਦੇ ਸਕੇ ਜਿਹੜੀ ਉੱਦਾਂ ਦੀ, ਉਹ ਕਿਹੜੀਆਂ ਲੋੜਾਂ ਨੇ
ਉਤਸ਼ਾਹਿਤ ਕਰਨ ਵਾਸਤੇ ਢਾਡੀ ਜਥਿਆਂ ਨੂੰ, ਪਰ ਉਹ ਢਾਡੀ ਜਥੇ ਨੇ ਜਿਹੜੇ ਆਪਦੇ ਪੰਥ ਦੇ ਲਈ ਗਾਉਣ ਅਤੇ ਆਪਦੇ ਜਿਹੜੇ ਸਾਬਤ ਸਰੂਤ ਦੇ ਵਿੱਚ ਰਹਿਣ, ਉਹਨਾਂ ਦੇ ਪਰਿਵਾਰ ਵੀ ਸਾਬਤ ਸੂਰਤ ਰਹਿਣ। ਅਤੇ ਕਿਉਂਕਿ ਇਹ ਇੱਕ ਬੜੀ, ਮੈਂ ਗੱਲ ਆਪਦਾ ਨਿੱਜੀ ਤਜਰਬਾ ਵੀ ਦੱਸਦਾ, ਕਈ ਬੰਦੇ ਇੱਦਾਂ ਦੇ ਹੁੰਦੇ ਨੇ ਕਿ ਉਹਨਾਂ ਦੇ ਪਰਿਵਾਰ 'ਚੋਂ ਇੱਕ ਗੁਰਸਿੱਖ ਹੁੰਦਾ ਅਤੇ ਬਾਕੀ ਸਾਰੀ ਦੂਜੇ ਹੁੰਦੇ ਨੇ, ਉਹ ਆਪਦੇ ਰੋਮ ਕਤਲ ਕਰਾਉਂਦੇ ਨੇ। ਪਰ ਉੱਤੇ ਆ ਕੇ ਗੱਲ ਹੁੰਦੀ ਹੈ ਕਿ ਜਿਹੜੇ ਉਹਨਾਂ ਨੂੰ ਬੈਨੀਫਿਟ ਨੇ, ਉਹ ਸਰਕਾਰਾਂ ਜਾਂ ਆਪਾਂ SGPC ਤੋਂ ਲਈਏ ਤਾਂ ਉਹਨਾਂ ਲਈ ਉਹਨਾਂ ਦਾ ਕੀ ਕਰਤੱਵ ਬਣਦਾ ਆ? ਇੱਕ ਗੱਲ ਵੀਰ ਜੀ, ਦਲੇਰ ਮਹਿੰਦੀ ਅਤੇ ਆਪਣੇ ਇਹ ਗੁਰਬਖਸ਼ ਸ਼ੌਂਕੀ, ਦੁਰਗਾ ਰੰਗੀਲਾ, ਸ਼ਾਇਦ ਤੁਹਾਨੂੰ ਪਤਾ ਹੋਵੇ ਸਾਰੇ ਢਾਡੀ ਸੀਗੇ ਪਹਿਲਾਂ। ਅਤੇ ਦਲੇਰ ਮਹਿੰਦੀ ਨੇ ਇੱਕ ਗੱਲ ਕਹੀ ਸੀ ਸਟੇਜ 'ਤੇ, ਕਹਿੰਦੇ ਕਿ ਜਦੋਂ ਮੈਂ ਇੱਥੇ ਫਤਿਹਗੜ੍ਹ ਸਾਹਿਬ ਰਾਗੀ ਜੱਥੇ 'ਚ ਆਉਂਦਾ ਸੀ, ਸਾਨੂੰ 300 ਰੁਪਇਆ ਦਿੰਦੇ ਸੀ। ਅੱਜ ਅਸੀਂ ਇੱਕ ਸਿੰਗਰ ਦੇ ਤੌਰ 'ਤੇ ਆਉਂਦੇ, ਸਾਨੂੰ ਇਹ ਲੱਖਾਂ ਰੁਪਏ ਦਿੰਦੇ ਨੇ। ਸ਼ੌਂਕੀ ਆ, ਉਹਨੇ ਬਾਲ ਕਟਾਏ, ਉਹ ਹੁਣ ਗਾਉਂਦੇ ਨੇ, ਹੁਣ ਉਹ ਵੀ ਕਿੰਨੀ ਸਟੇਜ ਲੈਂਦੇ ਆ, ਤੁਹਾਨੂੰ ਪਤਾ ਹੀ ਹੋਣਾ। ਅਤੇ ਦੁਰਗਾ ਰੰਗੀਲਾ ਦੇਖ ਲਓ। ਫਿਰ ਇਸ ਤਰ੍ਹਾਂ ਮਤਲਬ ਕਿ ਪੈਸਾ ਵੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਜੇ ਅਸੀਂ ਕਹੀਏ ਕਿ ਅਸੀਂ ਇੱਕ ਪ੍ਰਚਾਰ ਕਰਦੇ ਹਾਂ, ਸਾਨੂੰ ਪੈਸੇ ਦੀ ਲੋੜ ਨਹੀਂ, ਪੈਸਾ ਸਭ ਤੋਂ ਮੇਨ ਜ਼ਰੂਰਤ ਹੈ ਨਾ। ਅਤੇ ਬਾਕੀ ਗੱਲ ਤੁਸੀਂ ਕੀਤੀ ਕਿ ਇਹਨਾਂ ਨੂੰ ਅੱਗੇ ਲਿਆਉਣ ਵਾਸਤੇ ਹੈ ਨਾ, ਢਾਡੀ ਦਰਬਾਰ ਵੀ ਕਰਾਉਂਦੇ ਆ ਤਾਂ ਉਹਦੇ ਵਿੱਚ ਵੀ ਇਹ ਮੇਨ ਜੱਥਿਆਂ ਨੂੰ ਜਿਵੇਂ ਬੁਲਾਉਂਦੇ ਨੇ। ਢਾਡੀ ਦਰਬਾਰ ਦੇ ਵਿੱਚ ਵੀ ਇਹਨਾਂ ਨੂੰ ਕੋਈ ਇੱਦਾਂ ਸੱਦਾ ਨਹੀਂ ਹੁੰਦਾ ਖੁੱਲ੍ਹਾ ਵੀ ਕੋਈ ਮਰਜ਼ੀ ਆਉਂਦਾ। ਅਤੇ ਬਸ ਫਿਰ ਇਸ ਤਰ੍ਹਾਂ ਦੇਖ ਕੇ ਹੌਲੀ ਹੌਲੀ ਫਿਰ ਜਾਂ ਤਾਂ ਅਗਲਾ ਆਪਣੀ ਲਾਈਨ ਹੀ ਚੇਂਜ ਕਰ ਲੈਂਦਾ, ਜੇ ਜ਼ਰੂਰਤਾਂ ਵੀ ਨਹੀਂ ਪੂਰੀਆਂ ਹੁੰਦੀਆਂ, ਅਤੇ ਜਾਂ ਫਿਰ ਕੋਈ ਘਰੋਂ ਬਹੁਤ ਜ਼ਿਆਦਾ ਰਿਚ ਹੋਵੇ, ਉਹ ਫਿਰ ਅੱਗੇ ਆਪਣੇ ਆਪ ਨੂੰ ਹਾਈਲਾਈਟ ਕਰ ਸਕਦਾ, ਉਹ ਪ੍ਰਚਾਰ ਕਰ ਸਕਦਾ। ਬੀਬੀ, ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਅਤੇ ਸਾਡੇ ਜਿਹੜੇ ਗੁਰੂ ਸਾਹਿਬਾਨਾਂ ਨੇ ਸਾਨੂੰ ਪਹਿਲਾਂ ਹੀ ਇੱਕ ਜਿਹੜੀ ਸਾਡੀ ਧਾਰਨਾ ਬਣਾਤੀ ਸੀ ਕਿ ਊਚ ਨੀਚ ਨੂੰ ਬਰਾਬਰ ਕੀਤਾ। ਠੀਕ ਹੈ ਜੀ, ਉਹਨਾਂ ਨੇ ਜੇ ਆਪਾਂ ਕਹੀਏ ਤਾਂ ਬੀਬੀਆਂ ਅਤੇ ਵੀਰਾਂ ਨੂੰ ਵੀ ਬਰਾਬਰ ਦਾ ਹੀ ਦਰਜਾ ਦਿੱਤਾ। ਜਿਹੜੇ ਅੱਜ ਕੁੱਖ ਦੇ ਵਿੱਚ ਕਤਲ ਹੋ ਰਹੇ ਨੇ, ਭਰੂਣ ਹੱਤਿਆ ਦੀ ਗੱਲ ਕਰਦੇ ਹਾਂ ਜਿਵੇਂ, ਅਤੇ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ? ਅਸੀਂ ਅੱਜ ਇਸ ਗੱਲ ਦਾ ਜ਼ਿਕਰ ਜਿੱਦਾਂ ਹਰੇਕ ਸਟੇਜ 'ਤੇ ਕਰਦੇ ਹਾਂ ਜੀ, ਵੀ ਭਰੂਣ ਹੱਤਿਆ ਦੇ ਬਾਰੇ ਵਿੱਚ। ਅਤੇ ਮੈਂ ਤਾਂ ਇਹੀ ਗੱਲ ਕਹੂੰਗੀ ਵੀ ਜੇ ਨਾ ਹੁੰਦੀਆਂ ਜੱਗ 'ਤੇ ਧੀਆਂ, ਅਤੇ ਲੋਕਾਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਨਾ ਹੁੰਦੀਆਂ ਜੱਗ 'ਤੇ ਧੀਆਂ ਅਤੇ ਲੋਕਾਂ ਦੇ ਵਿੱਚ ਸਤਿਕਾਰ ਨਾ ਹੁੰਦਾ। ਮੈਂ ਤਾਂ ਇਹੀ 2 ਲਾਈਨਾਂ ਕਹੂੰਗੀ ਜੀ, ਕਿਉਂਕਿ ਧੀਆਂ ਨੇ ਜਿਹੜੀਆਂ ਹਰੇਕ ਘਰ ਦੇ ਵਿੱਚ ਛਾਂ ਦਾ ਕੰਮ ਕਰਦੀਆਂ ਨੇ। ਜਿਵੇਂ ਕਿ ਬਚਪਨ ਦੇ ਵਿੱਚ ਉਹ ਭਰਾ ਮੰਗਦੀਆਂ ਨੇ, ਹੈ ਨਾ, ਕੁਛ ਨਾ ਕੁਛ ਮੰਗਦੀਆਂ ਹੀ ਨੇ। ਘਰ ਦੀ ਸੁੱਖ ਹਮੇਸ਼ਾ ਔਰਤਾਂ ਹੀ ਮੰਗਦੀਆਂ ਨੇ। ਅਤੇ ਫਿਰ ਵਿਆਹ ਹੋ ਜਾਂਦਾ, ਪੁੱਤਰ ਮੰਗਦੀਆਂ ਨੇ, ਫਿਰ ਹੀ ਮੰਗਦੀਆਂ ਹੀ ਰਹਿੰਦੀਆਂ ਨੇ। ਅਤੇ ਪੁੱਤਰ ਹੋ ਗਿਆ, ਫਿਰ ਨੂੰਹ ਮੰਗਦੀਆਂ ਨੇ। ਜੇ ਨੂੰਹ ਹੋ ਗਈ, ਆ ਗਈ, ਅਤੇ ਫਿਰ ਉਸ ਤੋਂ ਬਾਅਦੋਂ ਫਿਰ ਸੋਚਦੇ ਨੇ ਹੁਣ ਪੋਤਾ ਵੀ ਹੋ ਜੇ। ਅਤੇ ਜਿਹੜੀ ਦੁਨੀਆਦਾਰੀ ਹੈ ਇੱਕ ਔਰਤ ਦੇ ਨਾਲ ਹੀ ਚੱਲ ਰਹੀ ਹੈ। ਇੱਕ ਘਰ ਨੂੰ ਇੱਕ ਔਰਤ ਹੀ ਸੰਭਾਲ ਸਕਦੀ ਹੈ, ਮੁੰਡੇ ਭਾਵੇਂ 10 ਹੋਣ, ਉਹ ਘਰ ਨਹੀਂ ਸੰਭਾਲ ਸਕਦੇ। ਇਸੇ ਕਰਕੇ ਦੁਨੀਆ ਜੁੜੀ ਹੋਈ ਔਰਤ ਕਰਕੇ ਹੋਈ ਹੈ। ਮੈਂ ਤਾਂ ਇਹੀ ਬੇਨਤੀ ਕਰਦੀ ਹਾਂ ਸਾਰਿਆਂ ਨੂੰ ਵੀ ਹਰੇਕ ਘਰ ਦੇ ਵਿੱਚ ਇੱਕ ਧੀ ਹੋਣੀ ਬਹੁਤ ਜ਼ਰੂਰੀ ਹੈ। ਪਰ ਬੀਬੀ, ਜੇ ਆਪਾਂ ਆਹੀ ਗੱਲ 'ਤੇ ਮੁੜ ਕੇ ਆਈਏ, ਇੱਕ ਔਰਤ ਪੁੱਤ ਹੀ ਕਿਉਂ ਮੰਗਦੀ ਆ ਜਾਂ ਪੋਤਾ ਹੀ ਕਿਉਂ ਮੰਗਦੀ ਆ? ਉਹ ਧੀ ਕਿਉਂ ਨਹੀਂ ਮੰਗਦੀ, ਪੋਤੀ ਕਿਉਂ ਨਹੀਂ ਮੰਗਦੀ? ਅੱਜ ਦੇ ਯੁੱਗ ਵਿੱਚ ਤਾਂ ਔਰਤ ਹੀ ਔਰਤ ਦੀ ਵੈਰੀ ਹੈ। ਬਿਲਕੁਲ, ਜਿੱਦਾਂ ਸੱਸ ਹੈ ਤਾਂ ਉਹ ਨੂੰਹ ਤੋਂ ਪੋਤੇ ਦੀ ਹੀ ਮੰਗ ਕਰਦੀ ਹੈ। ਪਤਾ ਨਹੀਂ ਕਿਉਂ ਐਵੇਂ ਦੀ ਲੋਕਾਂ ਦੀ ਸੋਚ ਹੋ ਗਈ, ਮੈਨੂੰ ਨਹੀਂ ਪਤਾ। ਸ਼ਾਇਦ ਇੱਕ ਪਿੱਛੇ ਜੇ ਸੌਂਗ ਆਇਆ ਸੀਗਾ, ਹੈ ਨਾ, ਕਿ ਇਸੇ ਗੱਲੋਂ ਧੀ ਜੰਮਣ ਤੋਂ ਮਾਪੇ ਡਰਦੇ ਨੇ, ਹੈ ਨਾ। ਸ਼ਾਇਦ ਜੋ ਅੱਜ ਸਾਡੇ ਪੰਜਾਬ ਦੇ ਹਾਲਾਤ ਨੇ, ਜਾਂ ਆਪਾਂ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਬਲਾਤਕਾਰ ਹੋ ਰਹੇ ਨੇ, ਜਿੱਦਾਂ ਦਿੱਲੀ ਦੇ ਵਿੱਚ ਵੀ ਆਪਾਂ ਦੇਖਿਆ ਪਿਛਲੇ ਸਮੇਂ ਤੋਂ ਕੁਛ ਤੋਂ, ਸ਼ਾਇਦ ਇੱਦਾਂ ਦੇ ਹਾਲਾਤਾਂ ਕਰਕੇ ਅੱਜ ਲੜਕੀਆਂ ਨੂੰ ਬਾਹਰ ਭੇਜਣ ਤੋਂ ਮਾਂ-ਬਾਪ ਡਰਦੇ ਨੇ। ਅਤੇ ਅੱਗੇ ਸੋਚ ਰਹੇ ਨੇ ਕਿ ਪਤਾ ਨਹੀਂ ਕੈਸਾ ਸਮਾਂ ਆਉਣਾ ਹੈ, ਅਤੇ ਕਹਿੰਦੇ ਨੇ ਕਿ ਜੇ ਨਾ ਹੀ ਧੀ ਹੋਵੇ ਤਾਂ ਵਧੀਆ। ਜੇ ਆਪਾਂ ਦੂਜੀ ਪੰਜਾਬ ਦੀ ਜਵਾਨੀ ਦੀ ਗੱਲ ਕਰੀਏ ਜੀ, ਪੰਜਾਬ ਦੇ ਵਿੱਚ ਇੱਕ ਪਿੱਛੇ ਜੇ ਸਰਵੇ ਹੋਇਆ ਸੀ, ਉਹਦੇ ਵਿੱਚ 56% ਜਿਹੜੀਆਂ ਲੜਕੀਆਂ ਨਸ਼ੇ ਕਰਦੀਆਂ ਸੀ। 56%। ਅੱਜ ਤੋਂ 3-4 ਸਾਲ ਪਹਿਲਾਂ ਦੀ ਮੈਂ ਗੱਲ ਕਰਨ ਲੱਗਿਆ ਜੀ। ਜਿਹੜਾ ਉਹ ਨਸ਼ਾ ਆ, ਅੱਗੇ ਤਾਂ ਆਪਾਂ ਕਹਿੰਦੇ ਸੀਗੇ ਕਿ ਚਲੋ ਸਾਡੇ ਸਿੱਖ ਪੰਥ ਦੇ ਵਿੱਚੋਂ ਤਾਂ ਉਹ ਤਿਆਗਿਆ ਹੋਇਆ ਨਸ਼ਾ ਆ, ਕਿ ਅਸੀਂ ਉਸ ਬੰਦੇ ਨੂੰ ਕਲਾਮ ਨਹੀਂ ਕਰਨੀ ਚਾਹੁੰਦੇ ਜਿਹੜਾ ਨਸ਼ਾ ਕਰਕੇ ਰੱਖਦਾ ਆ, ਕਿਉਂਕਿ ਗੁਰੂ ਸਾਹਿਬਾਨਾਂ ਨੇ ਬਹੁਤ ਪਹਿਲਾਂ
ਇਹਦੇ ਬਾਰੇ ਜ਼ਿਕਰ ਕੀਤਾ ਸੀ ਕਿ ਇਹ ਸਰੀਰ ਨੂੰ ਨਾਸ਼ ਕਰਦਾ ਆ। ਹੋਰ ਪਤਾ ਨਹੀਂ ਕੀ ਕੁਛ ਸੀਗੇ ਮਤਲਬ ਜੋ ਅਸੀਂ ਉਹਨਾਂ ਨੂੰ ਨਹੀਂ ਸਮਝਦੇ ਜਾਂ ਨਹੀਂ ਸਮਝ ਪਾ ਰਹੇ। ਪਰ ਜੇ ਅਸੀਂ ਅੱਜ ਦੀ ਗੱਲ ਕਰੀਏ ਕਿ ਲੜਕੀਆਂ ਵੀ ਨਸ਼ੇ ਕਰਦੇ ਨੇ, ਲੜਕੇ ਵੀ ਨਸ਼ੇ ਕਰਦੇ ਨੇ, ਜਿਹੜਾ ਪੰਜਾਬ ਆ ਸਾਡਾ ਬਹੁਤ ਹੀ ਨਸ਼ਿਆਂ ਦੀ ਦਲਦਲ ਦੇ ਵਿੱਚ ਜਾ ਚੁੱਕਿਆ। ਜਿਹੜੇ ਇਹਨਾਂ ਨੂੰ ਬਚਾਉਣ ਦੇ ਲਈ ਕੀ ਢਾਡੀ ਜਥੇ ਕਿੰਨੇ ਕੁ ਸਹਾਈ ਸਿੱਧ ਹੋ ਸਕਦੇ ਨੇ? ਢਾਡੀ ਜੱਥੇ ਤਾਂ ਕੀ ਕਰ ਸਕਦੇ ਆ ਵੀਰ ਜੀ, ਇਹ ਤਾਂ ਪ੍ਰਚਾਰ ਹੀ ਕਰ ਸਕਦੇ ਆ ਨਾ। ਹੁਣ ਆਪਾਂ ਕਿਸੇ ਨੂੰ ਵੀ ਘਰ ਜਾ ਕੇ ਤਾਂ ਰੋਕ ਨਹੀਂ ਸਕਦੇ। ਪੇਰੈਂਟਸ ਖਿਆਲ ਰੱਖ ਸਕਦੇ ਆ ਆਪਣੇ ਬੱਚਿਆਂ ਦਾ। ਅਤੇ ਬਾਕੀ ਇੱਕ ਗੱਲ ਤਾਂ ਸਾਨੂੰ ਮੈਂ ਖੁਦ ਵੀ ਕਈ ਵਾਰੀ ਸੋਚਦੀ ਹੁੰਦੀ ਹਾਂ, ਜਿਵੇਂ ਆਪਾਂ TV 'ਤੇ ਆਮ ਖਬਰਾਂ ਦੇਖਦੇ ਹਾਂ ਕਿ ਇੰਨੀ ਭੁੱਕੀ ਫੜੀ ਗਈ ਜਾਂ ਇੰਨੀ ਹੀਰੋਇਨ ਫੜੀ ਗਈ, ਹੈ ਨਾ। ਉਸ ਤੋਂ ਬਾਅਦ ਉਹ ਕਿੱਥੇ ਜਾਂਦੀ ਆ? ਇਸ ਗੱਲ ਦਾ ਕੁਐਸਚਨ ਮੈਂ ਆਪਣੇ ਆਪ ਕਈ ਵਾਰੀ ਸੋਚਦੀ ਹੁੰਦੀ ਹਾਂ। ਜਿਵੇਂ TV ਚੈਨਲਾਂ 'ਤੇ ਅਸੀਂ ਸੁਣ ਲੈਂਦੇ ਹਾਂ ਕਿ ਫੜੀ ਗਈ, ਚਲੋ ਠੀਕ ਹੈ ਜੀ, ਹੈ ਨਾ। ਅਤੇ ਉਹ ਤਾਂ ਜੇਲ੍ਹ 'ਚ ਚਲੇ ਗਏ ਜਿਨ੍ਹਾਂ ਤੋਂ ਫੜੀ ਗਈ ਜਾਂ ਬਰਾਮਦ ਹੋਈ। ਉਸ ਤੋਂ ਬਾਅਦ ਉਹ ਭੁੱਕੀ ਅਫੀਮ ਗਈ ਕਿੱਥੇ? ਉਹ ਕਿੱਥੇ ਨਸ਼ਟ ਕੀਤੀ ਗਈ? ਉਹਦਾ ਕੀ ਬਣਿਆ? ਉਹ ਉਸ ਕੁਐਸਚਨ ਨੂੰ ਸ਼ਾਇਦ ਆਈ ਥਿੰਕ ਸੋਚਣ ਦੀ ਲੋੜ ਹੈ ਕਿ ਉਹ ਕਿੱਥੇ ਜਾਂਦੀ ਹੈ। ਅਤੇ ਉਹੀ ਸਪਲਾਈ ਸ਼ਾਇਦ ਲੋਕਾਂ ਤੱਕ ਜਾਂਦੀ ਹੈ ਕਿਸੇ ਤਰੀਕੇ ਨਾਲ, ਜਾਂ ਕਿਵੇਂ ਜਾਂ ਨਹੀਂ, ਇਹ ਨਹੀਂ ਪਤਾ। ਤੁਹਾਡੇ ਕਹਿਣ ਦਾ ਭਾਵ ਆ ਵੀ ਜਿਹੜੀ ਉਹ ਨਸ਼ੀਲੇ ਪਦਾਰਥ ਫੜੇ ਜਾਂਦੇ ਨੇ ਉਹਨਾਂ ਨੂੰ ਤੁਰੰਤ ਹੀ ਜਿਹੜੇ ਉਹਨਾਂ ਦੇ ਵਿੱਚੋਂ ਸੈਂਪਲ ਲੈ ਕੇ ਅਦਾਲਤਾਂ ਦੇ ਹਵਾਲੇ ਕਰਕੇ ਅਤੇ ਬਾਕੀ ਅਦਾਲਤਾਂ ਦੇ ਸਾਹਮਣੇ ਅਦਾਲਤਾਂ ਦੀ ਹਾਜ਼ਰੀ ਵਿੱਚ ਜਿਹੜੇ ਉਹ ਨਸ਼ਟ ਕੀਤੇ ਜਾਣੇ ਚਾਹੀਦੇ ਨੇ, ਤਾਂ ਜੋ ਕਿ ਵੀ ਜਿਹੜੇ ਉਹ ਦੁਬਾਰਾ ਘੁੰਮ ਫਿਰ ਕੇ ਉਹ ਲੋਕਾਂ ਦੇ ਵਿੱਚ ਨਾ ਆਉਣ। ਤੁਸੀਂ ਇਹੀ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ, ਕਿਉਂਕਿ ਜਿਹੜੀ ਗੌਰਮੈਂਟ ਹੈ, ਜੇ ਆਪਣੇ ਕਿਤੇ ਐਂਟਰੀ ਹੋਈ ਨਹੀਂ ਨਸ਼ੇ ਦੀ ਹੁੰਦੀ ਤਾਂ ਫਿਰ ਨਸ਼ਾ ਕੋਈ ਖਾਏਗਾ ਕਿੱਥੋਂ? ਬਾਹਰੋਂ ਲਿਆ ਕੇ ਤਾਂ ਕੋਈ ਇੰਨਾ ਈਜ਼ੀ ਨਹੀਂ ਹੋਏਗਾ ਨਾ ਖਾਣਾ। ਜਦੋਂ ਆਸਾਨੀ ਦੇ ਨਾਲ ਸਾਰਾ ਕੁਛ ਮਿਲ ਰਿਹਾ, ਲੋਕ ਵੇਚ ਰਹੇ ਨੇ ਆਸਾਨੀ ਦੇ ਨਾਲ, ਤਾਂ ਫਿਰ ਖਾਣਾ ਤਾਂ ਸੌਖਾ ਹੀ ਹੈ ਨਾ। ਜਿਸ ਤਰ੍ਹਾਂ ਅਸੀਂ ਹੁਣ ਗੁਟਕੇ ਵਗੈਰਾ ਦੇਖਦੇ ਹਾਂ, ਆਮ ਹੀ ਦੁਕਾਨਾਂ 'ਤੇ ਵਿਕ ਰਹੇ ਨੇ। ਬੀੜੀਆਂ, ਸਿਗਰਟਾਂ, ਇਹ ਸਾਰਾ ਕੁਛ ਤਕਰੀਬਨ ਆਮ ਸ਼ੌਪ 'ਤੇ ਰੱਖ ਕੇ ਵੇਚ ਰਹੇ ਨੇ ਦੁਕਾਨਦਾਰ। ਜੇ ਇਹ ਬੰਦ ਹੋਵੇ ਤਾਂ ਮੇਰੇ ਖਿਆਲ ਮੁਤਾਬਕ ਕਾਫੀ ਫਰਕ ਪੈ ਸਕਦਾ ਨਸ਼ੇ ਦੇ ਵਿੱਚ। ਤੁਹਾਡੇ ਤੋਂ ਇੱਕ, ਕਿਉਂਕਿ ਸਾਡੇ ਕੋਲ ਟਾਈਮ ਦੀ ਘਾਟ ਆ, ਅਤੇ ਅਸੀਂ ਤੁਹਾਡੇ ਨਾਲ ਇੱਕ ਲਾਸਟ ਸਵਾਲ ਪੁੱਛਣਾ ਚਾਹੁੰਦੇ ਹਾਂ। ਤੁਸੀਂ ਆਪਦੇ ਸਰੋਤਿਆਂ ਨੂੰ ਅਤੇ ਸਾਡੇ ਦਰਸ਼ਕਾਂ ਨੂੰ ਕਿੱਦਾਂ ਦਾ ਸੰਦੇਸ਼ ਦੇਣਾ ਚਾਹੋਗੇ ਢਾਡੀ ਜਥਿਆਂ ਨੂੰ, ਜਿਹੜੇ ਉੱਭਰ ਰਹੇ ਢਾਡੀ ਜਥੇ ਨੇ ਉਹਨਾਂ ਦੇ ਲਈ? ਕਿਉਂਕਿ ਤੁਹਾਡੀ ਜਿਹੜੀ ਬਹੁਤ ਪੁਰਾਣੀ ਜਿਹੜੀ ਸਾਧਨਾ ਹੈ ਢਾਡੀ ਜਥੇ ਨਾਲ ਚੱਲਦੀ ਆ ਰਹੀ ਹੈ, ਅਤੇ ਨਵੇਂ ਜਥਿਆਂ ਪ੍ਰਤੀ ਤੁਹਾਡਾ ਕੀ ਪ੍ਰਤੀਕਰਮ ਹੋਊ? ਮੈਂ ਖੁਦ ਨੂੰ ਇਸ ਕਾਬਿਲ ਨਹੀਂ ਸਮਝਦੀ ਮੈਂ ਕੋਈ ਸੰਦੇਸ਼ ਦੇ ਪਾਵਾਂ, ਹੈ ਨਾ। ਅਤੇ ਬਾਕੀ ਇਹੀ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਮੇਨ ਲੋੜ ਹੈ, ਨਸ਼ਿਆਂ ਤੋਂ ਬਚੀਏ। ਤੁਸੀਂ ਕਿਹਾ ਜਿਸ ਤਰ੍ਹਾਂ ਗੁਰੂ ਸਾਹਿਬਾਨਾਂ ਦਾ ਫਰਮਾਨ ਸੀ ਵੀ ਕਿਸੇ ਨੇ ਕੁੜੀ ਮਾਰ ਦੇ ਨਾਲ ਰਿਸ਼ਤਾ ਨਹੀਂ ਜੋੜਨਾ, ਭਰੂਣ ਹੱਤਿਆ ਤੋਂ ਬਚੀਏ, ਅਤੇ ਗੁਰਬਾਣੀ, ਗੁਰਮਤਿ ਅਤੇ ਗੁਰ ਇਤਿਹਾਸ ਦੇ ਨਾਲ ਜੁੜੀਏ, ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ। ਜੇ ਇਹ ਸਭ ਕੁਛ ਸੰਭਾਲ ਲਿਆ ਤਾਂ ਮੇਰੇ ਖਿਆਲ ਮੁਤਾਬਕ ਅਸੀਂ ਸੇਫ ਹਾਂ। ਮੈਂ ਆਪਣੇ ਵੱਲੋਂ ਅਤੇ ਆਪਣੇ ਸਾਰੇ ਜਥੇ ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ DPD ਚੈਨਲ ਦੇ, ਜਿਨ੍ਹਾਂ ਨੇ ਸਾਨੂੰ ਸਾਡੇ ਨਿਮਾਣੇ 'ਚ ਜਥੇ ਨੂੰ ਇੰਨਾ ਮਾਣ ਬਖਸ਼ਿਆ, ਆਪਣੇ ਚੈਨਲ 'ਤੇ ਬੁਲਾ ਕੇ ਗੱਲਾਂ ਕਰਨ ਦਾ ਮੌਕਾ ਦਿੱਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀਗਾ ਢਾਡੀ ਜਥਾ ਬੀਬੀ ਰਣਜੀਤ ਕੌਰ ਜੀ ਦਾ। ਰਣਜੀਤ ਕੌਰ ਜੀ ਘੁੰਮਣ ਦਾ ਚੱਲ ਗੱਲਾਂ ਕਰੀਏ ਪ੍ਰੋਗਰਾਮ ਦੇ ਤਹਿਤ ਅਗਲੀ ਵਾਰ ਨਵੀਂ ਸ਼ਖਸੀਅਤ ਦੇ ਨਾਲ ਆਪ ਜੀ ਦੀ ਕਚਹਿਰੀ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਧੰਨਵਾਦ।